channel. Hi, this is Priyanka Chopra and you're watching Channel Y. The biggest South Asian media group, Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का #1 रेडियो स्टेशन FM 91.9। You are watching Channel Y. Channel Y. Prime Minister, welcome. It's a pleasure to be here. It's a pleasure to be back. Online, SouthAsianDaily.com. The biggest South Asian media group, Y Media. South Asian. Hello everyone, my name is Yudhvir Jaswal. I'm the group editor at Y Media. Y Media Group ਵੱਲੋਂ ਤੁਹਾਡੇ ਸਾਰਿਆਂ ਦਾ ਚੈਨਲ Y ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਬਹੁਤ ਹੀ ਖਾਸ ਸ਼ਖਸੀਅਤ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਦਾ ਸੰਬੰਧ ਵੀ ਇੱਕ ਰਾਜਨੀਤਿਕ ਪਰਿਵਾਰ ਦੇ ਨਾਲ ਆ, ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਇੰਜੀਨੀਅਰਿੰਗ ਕੀਤੀ। ਇੰਜੀਨੀਅਰਿੰਗ ਕਰਨ ਤੋਂ ਬਾਅਦ ਦੁਬਾਰਾ ਫਿਰ ਸਿਆਸਤ ਦੇ ਵਿੱਚ ਆਏ ਔਰ ਅਸੀਂ ਦੱਸ ਦਈਏ ਕਿ 2017 ਦੇ ਵਿੱਚ ਕੋਟ ਕਪੂਰੇ ਤੋਂ ਪਹਿਲੀ ਵਾਰ MLA ਬਣੇ, ਫਿਰ 2022 ਦੇ ਵਿੱਚ ਦੂਸਰੀ ਵਾਰ ਬਣੇ ਔਰ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ। ਮੈਂ ਸਵਾਗਤ ਕਰਨਾ ਚਾਹੁੰਦਾ ਹਾਂ ਸਾਡੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਦਾ। ਸਰ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਤੁਹਾਡਾ ਤੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ, ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਵੈਸੇ ਤੇ ਤੁਹਾਡੀ ਫੈਮਿਲੀ ਬੈਕਗਰਾਊਂਡ ਜੇ ਅਸੀਂ ਗੱਲ ਕਰੀਏ ਗਿਆਨੀ ਜੈਲ ਸਿੰਘ ਜੀ ਔਰ ਹੋਰ ਤੁਹਾਡਾ ਲਿੰਕ ਰਿਹਾ ਹੈਗਾ ਸਿਆਸਤ ਦੇ ਨਾਲ, ਬਟ ਮੇਰੀ ਤਰ੍ਹਾਂ ਮੈਂ ਇੰਜੀਨੀਅਰਿੰਗ ਤੋਂ ਬਾਅਦ ਮੀਡੀਆ 'ਚ ਆ ਗਿਆ, ਤੁਸੀਂ ਇੰਜੀਨੀਅਰਿੰਗ ਤੋਂ ਬਾਅਦ ਸਿਆਸਤ 'ਚ ਆ ਗਏ, ਇਹ ਕਿੱਦਾਂ ਹੋਇਆ? ਦੇਖੋ, ਕੁਛ ਤੁਹਾਡੀ ਜਿਹੜਾ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਜੀ ਉਹਦਾ ਪ੍ਰਭਾਵ ਵੀ ਰਹਿੰਦਾ ਹੋਇਆ ਹੈ ਕਿ ਮੈਂ ਜਦੋਂ ਆਪਣੀ ਡਿਗਰੀ ਖਤਮ ਕਰਕੇ ਆਇਆ ਤੇ ਆਉਂਦੇ ਜਨਰਲ ਮੋਟਰ ਦੀ ਇੱਕ ਡੀਲਰਸ਼ਿਪ ਸੀ ਚੰਡੀਗੜ੍ਹ ਜੀ, ਓਪਲ ਉਦੋਂ ਕਾਰ ਸੀ ਤੇ ਉਹਦੇ 'ਚ ਮੈਂ ਜੋਬ ਕਰਨ ਲੱਗਿਆ। ਆਈ ਵਾਜ਼ ਦ ਯੰਗੈਸਟ ਸਰਵਿਸ ਇੰਜੀਨੀਅਰ, ਸਰਵਿਸ ਮੈਨੇਜਰ। ਤੇ ਉੱਥੇ ਮਤਲਬ ਕਾਰਾਂ ਕੂਰਾਂ ਦਾ ਕੰਮ ਤਾਂ ਕਰਦੇ ਹੀ ਸੀ ਤੇ ਨਾਲ ਪਿੰਡੋਂ ਲੋਕਾਂ ਨੇ ਆ ਜਾਣਾ ਵੀ ਸਾਡੇ ਉਹ ਕੰਮ ਉਹ ਕਰਾ ਦੇ ਉਹ ਕਰਾ ਦੇ। ਉਹ ਮੈਂ ਸੋਚਿਆ ਯਾਰ, ਮੈਂ ਕਿਹਾ ਮੈਂ ਜਿੰਨਾ ਤਨਖਾਹ ਲੈਂਦਾ ਉਹਨਾਂ ਦਾ ਜਸਟਿਸ ਨਹੀਂ ਕਰ ਰਿਹਾ। ਜੀ ਜੀ। ਤੇ ਮਤਲਬ ਹੋਰ ਪਾਸ ਕਦੇ PGI ਤੁਰ ਗਿਆ ਮਰੀਜ਼ਾਂ ਨਾਲ, ਕਦੇ ਕਿਤੇ ਹੋ ਗਿਆ। ਮੈਂ ਫਿਰ 2002 ਦੇ ਵਿੱਚ ਜੋਬ ਛੱਡਤੀ। ਮੈਂ ਕਿਹਾ ਯਾਰ ਹੁਣ ਲੋਕ ਸੇਵਾ ਹੀ ਕਰਨੀ ਹੈ ਜੀ। ਔਰ ਇੰਸੀਡੈਂਟਲੀ ਮਤਲਬ ਪਾਪਾ ਜੀ ਦੀ ਡੈਥ ਹੋ ਗਈ ਸੀ ਉਦੋਂ। ਥੋੜ੍ਹਾ ਲੱਗਿਆ ਵੀ ਚਲੋ ਘਰ ਜਾ ਕੇ ਘਰ ਦਾ ਕੰਮ ਕਾਰ ਸਾਂਭਦੇ ਹਾਂ। ਜਦੋਂ ਉੱਥੇ ਗਏ ਤੇ ਫਿਰ ਪਿੰਡ ਵਾਲਿਆਂ ਨੇ ਸਰਪੰਚ ਬਣਾ ਤਾ। ਫਿਰ ਉਸ ਤੋਂ ਬਾਅਦ ਚੱਲ ਠੀਕ। ਪਰ ਸਰਪੰਚ ਬਣ ਕੇ ਪਤਾ ਲੱਗਿਆ ਵੀ ਇਹ ਕੰਮ ਬੜਾ ਮਾੜਾ। ਅੱਛਾ, ਉਹ ਕਿੱਦਾਂ? ਔਖਾ ਕੰਮ ਹੈ ਜੀ ਉਹ। ਮਤਲਬ ਤੁਸੀਂ ਜੇ ਕਿਤੇ ਗਲਤ ਨੂੰ ਗਲਤ ਕਹਿ ਦਿਓ ਤੇ ਫਿਰ ਤੁਸੀਂ ਗਲਤ ਹੋ। ਠੀਕ ਹੈ। ਤੇ ਛੱਡਤਾ ਸੀ ਮੈਂ ਤਾਂ ਸਭ ਕੁਛ। ਠੀਕ। ਰਾਜਨੀਤੀ ਤੋਂ ਤੌਬਾ ਕਰ ਲਈ ਸੀ। ਮੈਂ ਕਿਹਾ ਕੁਛ ਨਹੀਂ ਕਰਨਾ। ਬਾਏ ਚਾਂਸ ਮਤਲਬ ਪਰਮਾਤਮਾ ਦੀ ਕਿਰਪਾ ਹੋਈ ਕਿ ਉਹ ਆਮ ਆਦਮੀ ਪਾਰਟੀ ਬਣ ਗਈ। ਤੇ ਅਸੀਂ ਮੈਡੀਕਲ ਕਾਲਜ ਦਾ ਇੱਕ ਐਜੀਟੇਸ਼ਨ ਸੀ ਫਰੀਦਕੋਟ, ਉਹ ਲੜ ਰਹੇ ਸੀ ਉਦੋਂ। ਮਤਲਬ ਕੈਂਸਰ ਆਪਣੇ ਬੜਾ ਮਤਲਬ ਫੈਲਿਆ ਹੋਇਆ ਤੇ ਮਰੀਜ਼ਾਂ ਦਾ ਬੜਾ ਬੁਰਾ ਹਾਲ ਹੁੰਦਾ ਸੀ ਉੱਥੇ। ਸਾਨੂੰ ਇਹ ਪਤਾ ਲੱਗਿਆ ਵੀ ਜਿਹੜੀ ਦਵਾਈ ਦੀ ਹੀ ਖਰੀਦ 1980 ਰੁਪਏ ਹੈ ਜੀ, ਉਹਦਾ MRP 19,800 ਹੈ। ਮਤਲਬ ਉਹ ਜਿਹੜਾ ਵੇਚਣ ਵਾਲਾ ਕੈਮਿਸਟ ਹੈ ਉਹ 1980 ਤੋਂ ਲੈ ਕੇ 19,800 ਤੱਕ ਕਿਤੇ ਵੀ ਵੇਚ ਸਕਦਾ। ਅਸੀਂ ਉਹਦੀ ਐਜੀਟੇਸ਼ਨ ਸ਼ੁਰੂ ਕਰ ਲਈ। ਸਾਡੇ ਦੇ ਪਰਚੇ ਹੋ ਗਏ, ਨਾਲ ਹੀ ਆਮ ਆਦਮੀ ਪਾਰਟੀ ਬਣ ਗਈ। ਤਾਂ ਫਿਰ ਇਹਨਾਂ ਨੇ ਮੈਨੂੰ ਕਾਲ ਕੀਤਾ ਦਿੱਲੀੋਂ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ। ਮੈਂ ਕਿਹਾ ਵੀ ਅਸੀਂ ਨਹੀਂ ਕੰਮ ਕਰਨਾ, ਇਹ ਕੰਮ ਗਲਤ ਹੈ। ਕਹਿੰਦੇ ਕਰਨਾ ਕੀ ਚਾਹੁੰਦੇ? ਮੈਂ ਕਿਹਾ ਅਸੀਂ ਤਾਂ ਸੇਵਾ ਕਰਨੀ ਹੈ।
ਕਹਿੰਦੇ ਫਿਰ ਇਸ ਪਲੇਟਫਾਰਮ ਤੇ ਕਰੋ, ਇਹ ਵੀ ਸੇਵਾ ਹੀ ਹੈ। ਮੈਂ ਇੱਕ ਵਾਰ ਤਾਂ ਮਨਾ ਕਰਤਾ, ਦੁਬਾਰਾ ਫਿਰ ਇਹਨਾਂ ਦਾ ਫੋਨ ਆਇਆ ਪਾਰਟੀ ਦਾ ਜੀ, ਕਹਿੰਦੇ ਯਾਰ ਜਿਹੜਾ ਕੰਮ ਤੁਸੀਂ ਕਰਦੇ ਉਹੀ ਅਸੀਂ ਕਰਨਾ, ਤੇ ਵਾਈ ਡੋਂਟ ਯੂ ਜੁਆਇਨ ਅਸ। ਫਿਰ ਮੈਂ ਚਲੋ ਸੱਚੇ ਪਾਤਸ਼ਾਹ ਚਰਨਾਂ 'ਚ ਅਰਦਾਸ ਕੀਤੀ, ਸੱਚਾ ਪਾਤਸ਼ਾਹ ਹੁਣ ਦੁਬਾਰਾ ਫਿਰ ਪੰਗਾ ਲੈਣ ਲੱਗੇ, ਸਿਰ ਤੇ ਹੱਥ ਰੱਖੀ। ਸੋ ਅੱਜ ਇੱਥੇ ਆ ਜੀ, ਗੁਰੂ ਦੀ ਕਿਰਪਾ ਹੈ। ਵੈਰੀ ਨਾਈਸ ਜੀ, ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ। ਆਈ ਥਿੰਕ ਤੁਹਾਡਾ ਪੋਲੀਟੀਕਲ ਕੈਰੀਅਰ ਬਹੁਤ ਵਧੀਆ ਰਿਹਾ, ਔਰ ਸਾਡੇ ਲਈ ਵੀ ਇਟਸ ਅ ਮੈਟਰ ਆਫ ਪ੍ਰਾਈਡ ਕਿ ਜਿਸ ਯੂਨੀਵਰਸਿਟੀ ਤੋਂ ਅਸੀਂ ਪੜ੍ਹੇ ਹਾਂ, ਤੁਸੀਂ ਵੀ ਉਸ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਕਰਕੇ ਅੱਜ ਤੁਸੀਂ ਪੰਜਾਬ ਅਸੈਂਬਲੀ ਦੇ ਸਪੀਕਰ ਹੋ। ਸੋ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ। ਥੈਂਕ ਯੂ। ਤੁਸੀਂ ਹੁਣੇ ਗੱਲ ਕੀਤੀ ਕਿ ਕਰਨੀ ਤਾਂ ਸੇਵਾ ਹੀ ਆ। ਇਫ ਪਬਲਿਕ ਸਰਵਿਸ ਇਜ਼ ਐਟ ਦਾ ਹਾਰਟ, ਫਿਰ ਤੇ ਬਹੁਤ ਵਧੀਆ ਗੱਲ ਹੈ। ਲੇਕਿਨ ਇਹ ਸਲੋਗਨਸ ਅਸੀਂ ਪਹਿਲਾਂ ਵੀ ਸੁਣੇ ਆ, ਰਾਜ ਨਹੀਂ ਸੇਵਾ, ਹੁਣ ਵੀ ਤੁਸੀਂ ਸੇਵਾ ਦੀ ਗੱਲ ਕਰਦੇ ਹੋ। ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੈਨੂਇਨਲੀ ਲੋਕਾਂ ਦੀ ਸੇਵਾ ਕਰੇਗੀ ਪੰਜਾਬ ਦੇ ਵਿੱਚ? ਦੇਖੋ ਜੀ, ਹੁਣ ਤੱਕ ਦਾ ਪੰਜਾਬ ਦੇ ਲੋਕਾਂ ਦਾ ਐਕਸਪੈਰੀਮੈਂਟ ਠੀਕ ਰਿਹਾ ਹੈ। ਠੀਕ, ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਕੁਲਤਾਰ ਸਿੰਘ ਠੀਕ ਰਿਹਾ ਕਿ ਗਲਤ ਰਿਹਾ, ਜੀ ਜੀ, ਲੇਕਿਨ ਲੋਕਾਂ ਨੇ ਜਿਹੜਾ ਸਾਡੇ ਤੇ ਭਰੋਸਾ ਕੀਤਾ ਸੀ, 22 ਦੇ ਵਿੱਚ ਦੁਬਾਰਾ ਸਾਨੂੰ ਜਿਤਾਇਆ, ਇਹਦਾ ਮਤਲਬ ਸਾਡੇ 5 ਸਾਲਾਂ ਵਾਲੀ ਸੇਵਾ ਤਾਂ ਇਹਨਾਂ ਨੇ ਕਬੂਲ ਫਰਮਾ ਲਈ ਸੀ ਪੰਜਾਬ ਦੇ ਲੋਕਾਂ ਨੇ। ਨਹੀਂ ਤਾਂ ਸਾਡੇ ਵਰਗੇ ਬੰਦੇ, ਸਾਨੂੰ ਤਾਂ ਵਿਧਾਨ ਸਭਾ ਦੇ ਨੇੜੇ ਦੀ ਨਹੀਂ ਕੋਈ ਲੰਘਣ ਦਿੰਦਾ ਜੀ। ਔਰ ਇੱਥੇ ਬੈਠੇ ਸਾਡੇ ਭੈਣਾਂ ਭਰਾਵਾਂ ਨੇ ਅਰਦਾਸਾਂ ਕੀਤੀਆਂ ਜੀ, ਵੀ ਨਹੀਂ ਜੋ ਮਰਜ਼ੀ ਹੋ ਜੇ, ਇੱਕ ਵਾਰੀ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਹੈ। ਸਰਕਾਰ ਬਣਨ ਤੋਂ ਬਾਅਦ ਮੈਨੂੰ ਇਹ ਲੱਗਦਾ, ਠੀਕ ਹੈ, ਭਾਵੇਂ ਥੋੜਾ ਕੁਝ ਕੀਤਾ ਹੈ ਲੇਕਿਨ ਚੰਗਾ ਕੀਤਾ ਹੈ, ਔਰ ਮੋੜ ਪਿਆ। ਪਹਿਲੇ ਦੂਜੀਆਂ ਸਰਕਾਰਾਂ ਹੁੰਦੀਆਂ ਸੀ, ਜਦੋਂ ਆਪੋਜੀਸ਼ਨ 'ਚ ਉਦੋਂ ਬੜਾ ਰੌਲਾ ਪਾਉਂਦੀਆਂ ਸੀ, ਆਹ ਲੁੱਟ ਕੇ ਖਾ ਗਿਆ, ਆਹ ਕਰ ਗਿਆ, ਲੇਕਿਨ ਐਕਸ਼ਨ ਕੋਈ ਨਹੀਂ ਹੁੰਦਾ ਸੀ। ਹੁਣ ਤੁਸੀਂ ਦੇਖ ਰਹੇ ਹੋ ਮਾਨ ਸਰਕਾਰ ਐਕਸ਼ਨ ਕਰ ਰਹੀ ਹੈ, ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਦੇ ਖਿਲਾਫ। ਸੋ ਮਨ ਨੂੰ ਤਸੱਲੀ ਹੈ, ਮੈਨੂੰ ਲੱਗਦਾ ਵੀ ਗੁਰੂ ਪਾਤਸ਼ਾਹ ਸਾਡੇ ਤੋਂ ਸੇਵਾ ਹੀ ਕਰਾਉਣਗੇ। ਠੀਕ ਹੈ। ਲੇਕਿਨ ਜਿਹੜਾ ਹੁਣ ਅਚਾਨਕ ਹੀ ਇੱਕ ਝਟਕਾ ਲੱਗਾ ਸੰਗਰੂਰ ਦੇ ਵਿੱਚ, ਸੰਗਰੂਰ ਸਾਡੇ ਆਮ ਆਦਮੀ ਪਾਰਟੀ ਦਾ ਗੜ੍ਹ, ਔਰ ਸਿਮਰਜੀਤ ਸਿੰਘ ਮਾਨ ਸਾਹਿਬ, ਉਹਨਾਂ ਦੇ ਤਾਂ ਬਕਸੇ ਅਕਸਰ ਖਾਲੀ ਨਿਕਲਦੇ ਆ। ਫਿਰ ਕੀ ਕਾਰਨ ਹੋਇਆ ਕਿ ਇੰਨਾ ਸਟਰੋਂਗ ਮੈਂਡੇਟ ਦੇ ਫੌਰਨ ਬਾਅਦ ਸੰਗਰੂਰ ਦੇ ਵਿੱਚ ਇਹ ਝਟਕਾ ਲੱਗਾ? ਦੇਖੋ, ਇਕੱਲਾ ਝਟਕਾ ਤੁਹਾਨੂੰ ਨਹੀਂ ਲੱਗਿਆ, ਸਾਰਿਆਂ ਨੂੰ ਲੱਗਿਆ ਜੀ। ਤੁਸੀਂ ਜਦੋਂ ਇਮਾਨਦਾਰੀ ਨਾਲ ਰਾਜਨੀਤੀ ਕਰਦੇ ਹੋ ਨਾ, ਉਦੋਂ ਉਹਦੀ ਕੁਛ ਕੀਮਤ ਵੀ ਚੁਕਾਉਣੀ ਪੈਂਦੀ ਹੈ। ਪਹਿਲੀ ਜਿਹੜੀ ਬਾਈ ਇਲੈਕਸ਼ਨ ਹੁੰਦੀਆਂ ਸੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ 'ਚ ਬਣਨ ਤੋਂ ਪਹਿਲਾਂ, ਉਹ ਇਹ ਲੋਕ ਮੰਨ ਕੇ ਹੀ ਚੱਲਦੇ ਸੀ ਕਿ ਸਰਕਾਰ ਹੀ ਜਿੱਤੇਗੀ। ਉਹਦਾ ਕਾਰਨ ਇਹ ਹੁੰਦਾ ਸੀ ਵੀ ਪਟਵਾਰੀ ਤੋਂ ਲਾ ਕੇ DGP ਤੱਕ ਸਾਰੇ ਲੱਗ ਜਾਂਦੇ ਸੀ। ਹਰੇਕ ਦੀ ਨੂੰ ਇੰਸਟਰਕਸ਼ਨਾਂ ਹੁੰਦੀਆਂ ਸੀ ਵੀ ਤੂੰ ਜਾ ਕੇ ਉੱਥੇ ਬਹਿ ਜਾ ਤੇ ਵੋਟਿੰਗ ਕਰਾਉਣੀ ਹੈ, ਸਿੱਧਾ ਹੋ ਕੇ ਵੋਟਿੰਗ ਕਰਾ। ਲੇਕਿਨ ਇਸ ਵਾਰ ਕਿਸੇ ਨੂੰ ਵੀ ਸਰਕਾਰੀ ਮੁਲਾਜ਼ਮ ਨੂੰ ਕਿਸੇ ਨੂੰ ਇਹ ਨਹੀਂ ਕਿਹਾ, ਕੋਈ ਉੱਥੇ ਨਸ਼ਾ ਨਹੀਂ ਵੰਡਿਆ ਗਿਆ, ਕੋਈ ਸ਼ਰਾਬ ਨਹੀਂ ਵੰਡੀ ਗਈ। ਹਾਂ, ਕੁਝ ਥੋੜ੍ਹੇ ਜਿਹੇ ਕੋਈ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਕਿ ਪੂਰੀ ਵੋਟਿੰਗ ਨਹੀਂ ਹੋ ਸਕੀ, ਲੇਕਿਨ ਉੱਥੇ ਮਿਸਯੂਜ਼ ਨਹੀਂ ਹੋਇਆ। ਉਹ ਅਸੀਂ ਮਤਲਬ ਮੈਂ ਇਹ ਮਤਲਬ ਮੈਨੂੰ ਤਸੱਲੀ ਹੈ ਵੀ ਅਸੀਂ ਆਪਦਾ ਪਹਿਲਾ ਟੈਸਟ ਪਾਸ ਕੀਤਾ। ਠੀਕ, ਅਸੀਂ ਸਰਕਾਰ ਦਾ ਮਿਸਯੂਜ਼ ਨਹੀਂ ਕੀਤਾ ਉੱਥੇ। ਕੋਈ ਗੱਲ ਨਹੀਂ, ਇਹ ਤਾਂ ਲੋਕਾਂ ਦਾ ਫੈਸਲਾ ਹੈ, ਔਰ ਜੇ ਕੋਈ ਕਮੀਆਂ ਵੀ ਰਹੀਆਂ ਜੀ, ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਉਹ ਕਮੀਆਂ ਦੂਰ ਕਰੇਗੀ ਔਰ ਲੋਕ ਨਾਲ ਆਉਣਗੇ। ਠੀਕ ਹੈ। ਬਹੁਤ ਸਟਰੋਂਗ ਮੈਂਡੇਟ ਮਿਲਿਆ। ਜਦੋਂ ਇੰਨਾ ਸਟਰੋਂਗ ਮੈਂਡੇਟ ਮਿਲੇ ਤਾਂ ਫਿਰ ਇਹਦੇ ਨਾਲ ਜ਼ਿੰਮੇਵਾਰੀ ਜਿਹੜੀ ਆ ਉਹ ਵੱਧ ਜਾਂਦੀ ਹੈਗੀ ਆ, ਔਰ ਲੋਕਾਂ ਦੀ ਜਿਹੜੀ ਉਮੀਦਾਂ ਨੇ, ਕਿਉਂਕਿ ਮੈਂ ਅਕਸਰ ਗੱਲ ਕਰਦਾ ਹਾਂ ਕਿ ਇੰਡੀਆ ਹੀ ਨਹੀਂ, ਪੰਜਾਬ ਦੇ ਵਿੱਚ ਵੀ ਦਾ ਐਸਪੀਰੇਸ਼ਨਲ ਕਰਵ ਇਜ਼ ਕੰਟੀਨਿਊਸਲੀ ਔਨ ਦਾ ਰਾਈਜ਼। ਬਹੁਤ ਉਮੀਦਾਂ ਨੇ ਲੋਕਾਂ ਨੂੰ, ਇੰਟਰਨੈਟ ਨਾਲ ਜੁੜਿਆ ਹੋਇਆ ਸੀ। ਸੋ ਜੇ ਮੈਂ ਅੱਜ ਕੇਜਰੀਵਾਲ ਮਾਡਲ ਦੀ ਗੱਲ ਨਹੀਂ ਕਰ ਰਿਹਾ, ਨਾ ਦਿੱਲੀ ਮਾਡਲ, ਛੱਡਦੀ ਹੈ। ਭਗਵੰਤ ਮਾਨ ਸਾਹਿਬ ਦਾ ਵੀ ਮੈਂ ਵਿਜ਼ਨ ਅੱਜ ਦੇਖ ਰਿਹਾ ਸੀ, ਵਿਜ਼ਨ 2022 ਲੈ ਕੇ ਆਏ ਉਹ। ਲੇਕਿਨ ਕੁਲਤਾਰ ਸਿੰਘ ਸੰਧਵਾ ਸਾਹਿਬ, ਤੁਸੀਂ ਇੰਜੀਨੀਅਰਿੰਗ ਕੀਤੀ ਹੈ, ਨਾ ਤੁਹਾਡੇ ਕੋਲ ਐਕਸਪੀਰੀਅੰਸ ਹੈ, ਤੁਹਾਡਾ ਕੀ ਵਿਜ਼ਨ ਹੈ ਕਿ ਆਹ 3 ਚੀਜ਼ਾਂ ਪੰਜਾਬ ਦੇ ਵਿੱਚ, ਇਹ 3 ਚੀਜ਼ਾਂ ਤੇ ਪਹਿਲਾਂ ਕੰਮ ਕਰੀਏ, ਕੋਈ 3 ਚੀਜ਼ਾਂ ਐਜ਼ ਪਰ ਯੋਰ ਪ੍ਰਾਇਰਟੀਜ਼? ਦੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਵੀ ਸਾਨੂੰ ਨੀਂਦ ਨਹੀਂ ਆਉਂਦੀ ਕਿ ਅਸੀਂ ਬੇਅਦਬੀ ਦਾ ਇਨਸਾਫ ਨਹੀਂ ਦੇ ਸਕੇ ਹਲੇ ਤੱਕ। 7 ਸਾਲ ਹੋ ਗਏ, ਇਨਸਾਫ ਨਾਲੋਂ ਤੁਰਨ ਦੀ ਬਜਾਏ ਸਰਕਾਰਾਂ ਨੇ ਉਹਨੂੰ ਉਲਝਾਇਆ। ਸੋ ਬੇਅਦਬੀ ਦਾ ਇਨਸਾਫ ਦੇਣਾ, ਜਿਹੜਾ ਨਸ਼ਾ ਘਰ ਘਰ ਵਾੜਦਾ ਸੀ, ਪਿਛਲੀਆਂ ਜਿਹੜੀਆਂ ਗਲਤ ਪਾਲਿਸੀਜ਼ ਨੇ ਉਹਨੂੰ ਠੀਕ ਕਰਕੇ ਖਤਮ ਕਰੀਏ, ਰੁਜ਼ਗਾਰ ਦਾ ਇੰਤਜ਼ਾਮ ਕਰੀਏ, ਔਰ ਲਾਸਟਲੀ ਜੀ ਕਾਨੂੰਨ ਦਾ ਰਾਜ ਹੋਵੇ।
ਜੇ ਕੋਈ ਬੰਦਾ ਹਸਪੀਟਲ ਜਾਂਦਾ ਤਾਂ ਉਹਨੂੰ ਬਿਨਾਂ ਟੈਲੀਫੋਨ ਕੀਤਿਆਂ ਇਲਾਜ ਮਿਲੇ, ਕਿਸੇ ਲੀਡਰ ਤੋਂ ਟੈਲੀਫੋਨ ਕਰਾਇਆ। ਜੇ ਕੋਈ ਥਾਣੇ ਕਚਹਿਰੀ ਜਾਂਦਾ ਤਾਂ ਉਹਦਾ ਕੰਮ ਬਿਨਾਂ ਕਿਸੇ ਲੀਡਰ ਦੇ ਟੈਲੀਫੋਨ ਕੀਤਿਆਂ ਹੋਵੇ। ਸੋ ਇਹ ਸਾਡੀਆਂ ਪ੍ਰਾਇੋਰਟੀਜ਼ ਨੇ, ਮਤਲਬ ਬਤੌਰ ਕੁਲਤਾਰ ਸਿੰਘ ਹੂ ਇਜ਼ ਰਿਪਰੈਜ਼ੈਂਟਿੰਗ ਕੋਟਕਪੂਰਾ, ਮੇਰੀਆਂ ਇਹ ਪ੍ਰਾਇੋਰਟੀ ਰਹਿਣਗੀਆਂ ਔਰ ਮੈਨੂੰ ਲੱਗਦਾ ਵੀ ਹੌਲੀ ਹੌਲੀ ਅਸੀਂ ਇਹ 'ਚ ਕਾਮਯਾਬ ਵੀ ਹੋਵਾਂਗੇ। ਠੀਕ ਹੈ। ਔਨ ਰਿਕਾਰਡ ਮੈਂ ਜ਼ਰੂਰ ਅੱਜ ਇੱਕ ਗੱਲ ਇੱਥੇ ਪਾਉਣਾ ਚਾਹਾਂਗਾ ਕਿ ਬਹੁਤ ਵਾਰ ਅਸੀਂ ਰੇਡੀਓ TV ਤੇ ਗੱਲ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ ਲੀਡਰਸ ਆਉਂਦੇ ਨੇ ਔਰ ਸਾਡੇ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਲੀਡਰਸ ਆਉਂਦੇ ਨੇ, ਸਾਡੇ ਇੱਥੇ ਕੈਬਨਿਟ ਮਿਨਿਸਟਰ ਵੀ ਆਉਂਦੇ ਨੇ, ਆਪ ਹੀ ਗੱਡੀ ਚਲਾ ਕੇ ਆ ਜਾਂਦੇ ਨੇ ਔਰ ਵਕਤ ਤੋਂ ਪਹਿਲਾਂ ਜਾਂ ਵਕਤ 'ਤੇ ਪੂਰੇ ਪਾਬੰਦ ਹੁੰਦੇ ਨੇ। ਅੱਜ ਕੁਲਤਾਰ ਸਿੰਘ ਸੰਧਵਾ ਸਾਹਿਬ ਨੇ ਸਾਨੂੰ ਵੀ ਹੈਰਾਨ ਕਰ ਦਿੱਤਾ। 5 ਵਜੇ ਦਾ ਸਮੇਂ ਸੀ ਔਰ ਸਮੇਂ ਤੋਂ ਪਹਿਲਾਂ ਪੰਜਾਬ ਸਰਕਾਰ ਆ ਗਈ। ਮੈਨੂੰ ਬਹੁਤ ਚੰਗਾ ਲੱਗਾ, ਵਰਨਾ ਦੇ ਇੰਡੀਆ 'ਚ ਟ੍ਰੇਨਸ ਲੇਟ, ਅਸੀਂ ਹਰ ਚੀਜ਼ ਲੇਟ ਗੱਲ ਕਰਦੇ ਹਾਂ। ਸੋ ਆਈ ਜਸਟ ਵਾਂਟਡ ਟੂ ਪੁੱਟ ਦਿਸ ਔਨ ਰਿਕਾਰਡ। ਸੋ ਇਹਦੇ ਲਈ ਤੁਹਾਡਾ ਸ਼ੁਕਰੀਆ, ਇਸ ਬਦਲਾਵ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਦੂਸਰਾ ਹੁਣ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਤੁਸੀਂ ਹੁਣ 3 ਚੀਜ਼ਾਂ ਕਹੀਆਂ ਨੇ। ਕਾਫੀ ਲੋਕਾਂ ਦਾ ਕਹਿਣਾ ਹੈ ਕਿ ਤੁਹਾਡੇ ਕੋਲ ਕੁੰਵਰ ਵਿਜੇ ਪ੍ਰਤਾਪ ਸਾਹਿਬ ਉਹ ਤੁਹਾਡੇ ਕੋਲ ਹੈਗੇ ਨੇ ਔਰ ਉਹ ਬੇਅਦਬੀ ਦੇ ਮਾਮਲੇ ਤੇ ਕੰਮ ਵੀ ਬੜਾ ਕੀਤਾ। ਤੁਸੀਂ ਦੂਸਰਾ ਡਰੱਗਸ ਦੀ ਗੱਲ ਕੀਤੀ ਹੈ, ਉਹਦੇ ਵਿੱਚ ਵੀ ਬੜੇ ਕਾਰਗਰ ਸਾਬਿਤ ਹੋ ਸਕਦੇ ਸੀ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਪਿੱਛੇ ਰੱਖਿਆ ਜਾ ਰਿਹਾ। ਨਹੀਂ, ਐਸੀ ਗੱਲ ਨਹੀਂ, ਇਹ ਟੀਮ ਹੈ। ਅੱਛਾ, ਸਰਕਾਰ ਜਿਹੜੇ ਚਿਹਰੇ ਦਿਸਦੇ ਨਿਕਲੇ ਉਹਨਾਂ ਨਾਲ ਨਹੀਂ ਚੱਲਦੀ। ਠੀਕ ਹੈ। ਇਹ ਸਾਰੀ ਟੀਮ ਨਾਲ, ਹੀ ਇਜ਼ ਪਾਰਟ ਆਫ ਹਰ ਟੀਮ, ਹੀ ਇਜ਼ ਵੈਰੀ ਸੀਨੀਅਰ ਮੈਂਬਰ, ਰਿਸਪੈਕਟਡ ਮੈਂਬਰ ਔਰ ਮੈਂ ਪਰਸਨਲੀ ਮੈਂ ਬਹੁਤ ਇੱਜ਼ਤ ਕਰਦਾ ਉਹਨਾਂ ਦੀ। ਮੈਨੂੰ ਪਤਾ ਉਸ ਬੰਦੇ ਦਾ ਕਰੈਕਟਰ। ਸੋ ਉਹਨਾਂ ਨੂੰ ਹਰ ਜਗ੍ਹਾ ਉਹਨਾਂ ਤੋਂ ਮਤਲਬ ਉਹਨਾਂ ਦਾ ਪ੍ਰੋਪਰ ਯੂਜ਼ ਹੋਏਗਾ ਔਰ ਹੋ ਰਿਹਾ। ਠੀਕ ਹੈ। ਔਰ ਮੈਂ ਤਾਂ ਜਿਹੜਾ ਬੇਅਦਬੀ ਦਾ ਜਿਹੜਾ ਇਨਸਾਫ ਲੈਣ ਦੀ ਕੋਸ਼ਿਸ਼ ਅਸੀਂ ਲੱਗੇ ਹੋਏ ਹਾਂ, ਮੈਂ ਹਮੇਸ਼ਾ ਉਹਨਾਂ ਦਾ ਸਾਥ, ਉਹਨਾਂ ਦੀ ਗਾਈਡੈਂਸ ਲੈਂਦਾ ਰਹਿਣਾ। ਠੀਕ ਹੈ। ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰਸ ਨੋਮੀਨੇਟ ਕੀਤੇ ਗਏ ਹੁਣ ਨਹੀਂ, ਜਿਹੜੇ ਪਹਿਲਾਂ 5 ਕੀਤੇ ਗਏ ਨੇ, ਹਰਭਜਨ ਸਿੰਘ ਜੀ ਤੋਂ ਇਲਾਵਾ ਬਾਕੀ ਸਾਰਿਆਂ ਦੇ ਉੱਤੇ ਬੜੇ ਕੁਐਸਚਨਸ ਨੇ ਕਿ ਉਹਨਾਂ ਨੂੰ ਕਿਸ ਬੇਸਿਸ, ਕਿਸ ਕ੍ਰਾਈਟੇਰੀਆ ਤੇ ਕੀਤਾ ਗਿਆ। ਇਹਦੇ ਬਾਰੇ ਤੁਹਾਡਾ ਕੀ ਕਮੈਂਟ ਹੈ? ਦੇਖੋ ਜੀ, ਅੱਜ ਤੋਂ ਪਹਿਲਾਂ ਮੇਰੇ ਤਾਂ ਯਾਦ ਨਹੀਂ ਸਾਡੇ ਪੰਜਾਬ ਦੇ ਕਿਹੜੇ ਰਾਜ ਸਭਾ ਦੇ ਮੈਂਬਰ ਨੇ ਜਾ ਕੇ ਜੀ ਉਸ ਮੁਕੱਦਸ ਸਦਨ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਕੋਈ ਗੱਲ ਕੀਤੀ ਹੋਵੇ, ਕੋਈ ਮੁੱਦਾ ਉਠਾਇਆ ਹੋਵੇ, ਜਾਂ ਸਾਡੇ ਜਿਹੜੇ ਵਿਦੇਸ਼ਾਂ 'ਚ ਬੈਠੇ ਭਰਾ ਉਹਨਾਂ ਦੇ ਕੋਈ ਮੁੱਦੇ ਉਠਾਏ ਹੋਣ, ਇਹਨਾਂ ਦੀਆਂ ਜ਼ਮੀਨਾਂ ਦਾ ਕੋਈ ਮੁੱਦਾ ਉੱਥੇ ਚੱਕਿਆ ਹੋਵੇ। ਕਿਸੇ ਨੇ ਨਹੀਂ ਚੱਕਿਆ। ਔਰ ਜਿਹੜੇ ਹੁਣ ਬੰਦੇ ਗਏ ਨੇ, ਠੀਕ ਹੈ, ਕੋਈ ਮੇਰੀ ਗੱਲ ਨਾਲ ਸਹਿਮਤ ਹੋ ਸਕਦਾ, ਕੋਈ ਨਹੀਂ ਸਹਿਮਤ ਹੋ ਸਕਦਾ, ਉਹਨਾਂ ਨੇ ਜਾ ਕੇ ਰਿਕਾਰਡ ਕਾਇਮ ਕੀਤਾ ਵੀ ਅੱਜ ਤਾਈਂ ਜਿੰਨੇ ਮੁੱਦੇ ਪੰਜਾਬ ਦੇ ਚੱਕੇ ਆ। ਸੋ ਗੱਲ ਤਾਂ ਕੌਣ ਗਿਆ ਇਹਦੀ ਨਹੀਂ, ਉਹਨੇ ਜਾ ਕੇ ਕੀਤਾ ਕੀ ਹੈ ਉੱਥੇ, ਤੁਸੀਂ ਡਿਲੀਵਰ ਕੀ ਕਰਦੇ ਹੋ, ਕੋਈ ਫਰਕ ਪਾਉਂਦੇ ਹੋ ਕਿ ਨਹੀਂ ਪਾਉਂਦੇ। ਸੋ ਮੈਨੂੰ ਤਸੱਲੀ ਹੈ ਕਿ ਇਹਨਾਂ ਨੇ ਆਪਦੀ ਕਾਰਗੁਜ਼ਾਰੀ ਨਾਲ ਜਿਹੜਾ ਉਹ ਇੱਥੇ ਕੁਐਸਚਨ ਲੱਗਿਆ ਸੀ ਉਹਨੂੰ ਧੋਤਾ ਹੈ। ਠੀਕ ਹੈ ਜੀ। ਕੇਜਰੀਵਾਲ ਸਾਹਿਬ ਦੇ ਨਾਲ ਮੇਰੇ ਬੜੇ ਇਖਤਲਾਫ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਤੋਂ ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਹਾਂ, ਬਹੁਤ ਡਿਸਐਗਰੀ ਕਰਦਾ ਕੇਜਰੀਵਾਲ ਸਾਹਿਬ ਦੇ ਨਾਲ, ਭਗਵੰਤ ਮਾਨ ਸਾਹਿਬ ਦੇ ਨਾਲ। ਪਰ ਇੱਕ ਚੀਜ਼ ਕ੍ਰੈਡਿਟ ਕੇਜਰੀਵਾਲ ਸਾਹਿਬ ਨੂੰ ਇਸ ਲਈ 2 ਦਿਆਂਗਾ ਕ੍ਰੈਡਿਟ ਉਹਨਾਂ ਨੂੰ। ਇੱਕ ਤੇ ਆ ਕਿ ਜਿਹੜੇ ਲੋਕ ਕਹਿੰਦੇ ਸੀਗੇ ਕਿ ਗੁੰਡਾ ਤਾਕਤ, ਪੈਸੇ ਦੀ ਤਾਕਤ, ਇਹ ਤੋਂ ਬਿਨਾਂ ਬਦਲਾਵ ਨਹੀਂ ਲਿਆ ਸਕਦਾ, ਕੇਜਰੀਵਾਲ ਸਾਹਿਬ ਨੇ ਇਕੱਲਿਆਂ ਹੀ ਸਾਬਤ ਕਰ ਦਿੱਤਾ। ਥੱਪੜ ਮਾਰਿਆ ਜ਼ਰੂਰ ਹੋਣਾ ਉਹਨਾਂ ਦੇ ਕਿਸੇ ਦੇ, ਪਰ ਉਹਨਾਂ ਨੇ ਕਿਸੇ ਦੇ ਨਹੀਂ ਮਾਰਿਆ ਔਰ ਬੀਜੇਪੀ ਔਰ ਕਾਂਗਰਸ ਨੂੰ ਇਕੱਲਿਆਂ ਹੀ ਦਿੱਲੀ ਸਰਕਾਰ ਬਣਾਤੀ, ਬੈਕ ਟੂ ਬੈਕ 3 ਵਾਰ ਸਰਕਾਰ ਬਣਾਤੀ। ਲੇਕਿਨ ਇੱਕ ਚੀਜ਼ ਜਿਹੜੇ ਉਹਨਾਂ ਦੇ ਉੱਤੇ ਐਲੀਗੇਸ਼ਨਸ ਹੁਣ ਲੱਗ ਰਹੇ ਨੇ, ਇਮਾਨਦਾਰੀ, ਇਹ ਬ੍ਰਾਂਡ ਆ ਉਹਨਾਂ ਦਾ। ਮੈਂ ਕੁਲਤਾਰ ਸਿੰਘ ਸੰਧਵਾ ਸਾਹਿਬ ਤੋਂ ਅੱਜ ਪੁੱਛਣਾ ਚਾਹਾਂਗਾ, ਲੋਕਾਂ ਦਾ ਸਵਾਲ ਹੈ, ਬੀਜੇਪੀ ਤਾਂ ਕਹਿ ਰਹੀ ਹੈ ਔਰ ਕਾਂਗਰਸ ਨੇ ਵੀ ਮੌਕਾ ਨਹੀਂ ਪਿੱਛੇ ਛੱਡਿਆ, ਉਹ ਦੋਨੋਂ ਹੁਣ ਐਲੀਗੇਸ਼ਨ ਲਗਾ ਰਹੇ ਨੇ। ਇਟਸ ਮੇਅਰ ਐਲੀਗੇਸ਼ਨਸ ਰਾਈਟ ਨਾਓ, ਨਨ ਆਫ ਥੀਸ ਐਲੀਗੇਸ਼ਨਸ ਹੈਵ ਬੀਨ ਪ੍ਰੂਵਨ ਇਨ ਦ ਕੋਰਟ ਕਿ ਇਮਾਨਦਾਰੀ ਤੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ। ਤੁਹਾਡਾ ਕੀ ਕਹਿਣਾ ਇਸ ਦੇ ਉੱਤੇ? ਦੇਖੋ, ਅਰਵਿੰਦ ਕੇਜਰੀਵਾਲ ਦੀ ਕਾਰਗੁਜ਼ਾਰੀ, ਉਹਨਾਂ ਦੀ ਸਟਰੈਂਥ ਦੂਜੀਆਂ ਸਾਰੀਆਂ ਪਾਰਟੀਆਂ ਸਮਝ ਚੁੱਕੀਆਂ ਵੀ ਉਹ ਇਮਾਨਦਾਰੀ ਹੈ। ਠੀਕ ਹੈ। ਹੋਰ ਕਿਸੇ ਵੀ ਪਾਸਿਓਂ ਅਰਵਿੰਦ ਕੇਜਰੀਵਾਲ ਘੇਰਿਆ ਨਹੀਂ ਜਾ ਸਕਦਾ। ਤੇ ਇਹਨਾਂ ਨੇ ਹੁਣ ਨਹੀਂ, ਸ਼ੁਰੂ ਤੋਂ ਹੀ ਉਹ ਦੂਜੀਆਂ ਪਾਰਟੀਆਂ ਵਿੱਚ ਕਾਂਗਰਸ ਹੋਵੇ ਜਾਂ ਇਹ ਹੁਣ ਦੂਸਰੀ ਬੀਜੇਪੀ ਹੋਣ ਵਾਲੀ ਕਹਿ ਲਓ, ਇਹਨਾਂ ਨੇ ਐਲੀਗੇਸ਼ਨ ਲਾਏ, ਰੇਡਸ ਵੀ ਕੀਤੀਆਂ ਤੇ ਘਰੋਂ ਤਾਂ ਮਫਲਰ ਹੀ ਮਿਲਿਆ ਉਹਨਾਂ ਦੇ, ਹੋਰ ਤਾਂ ਕੁਛ ਮਿਲਿਆ ਨਹੀਂ। ਸੋ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਕੋਈ ਸ਼ੱਕ ਕੀਤਾ ਨਹੀਂ ਜਾ ਸਕਦਾ। ਇਹ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਵਾਸਤੇ ਇੱਕ ਤਰ੍ਹਾਂ ਦੀ, ਮਤਲਬ ਕੋਈ ਤਾਂ ਗੱਲ ਕਰੀਏ। ਅਰਵਿੰਦ ਕੇਜਰੀਵਾਲ ਇੱਕ ਐਸਾ ਪੋਲੀਟੀਸ਼ੀਅਨ ਹੈ ਜਿਨ੍ਹਾਂ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਉਹ ਕਰਕੇ ਦਿਖਾਏ। ਜੇ ਉਹਨਾਂ ਨੇ ਕਿਹਾ ਵੀ ਜੇ ਹੈਲਥ
MP ਨੂੰ ਫ੍ਰੀ ਹੈ, MLA ਨੂੰ ਫ੍ਰੀ ਹੈ, ਮੰਤਰੀ ਨੂੰ ਫ੍ਰੀ ਹੈ, ਮੁੱਖ ਮੰਤਰੀ ਨੂੰ ਫ੍ਰੀ ਹੈ, ਤੇ ਮੰਤਰੀ ਬਣਾਉਣ ਵਾਲਿਆਂ ਦੀ ਫ੍ਰੀ ਕਰਨੀ ਹੈ, ਤੇ ਕੀਤੀ ਹੋਈ ਹੈ ਦਿੱਲੀ ਉਹਨੇ ਕਰਕੇ ਦਿਖਾਈ ਹੈ। ਜੇ ਐਜੂਕੇਸ਼ਨ ਦੀ ਉਹਨੇ ਗੱਲ ਕੀਤੀ ਕਿ ਮੈਂ ਹਰੇਕ ਨੂੰ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ ਦਿਆਂਗਾ, ਤਾਂ ਉਹ ਦਿੱਲੀ 'ਚ ਕਰਕੇ ਦਿਖਾਤੀ ਹੈ ਉਹਨਾਂ ਨੇ। ਸੋ ਅਰਵਿੰਦ ਕੇਜਰੀਵਾਲ ਇੱਕ ਡਿਲੀਵਰ ਕਰਨ ਵਾਲੇ ਪੋਲੀਟੀਸ਼ੀਅਨ ਨੇ, ਸਿਰਫ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਕੀਤਾ ਜਾ ਰਿਹਾ। ਔਰ ਮੈਨੂੰ ਇਹ ਪਤਾ ਵੀ ਉਹ ਇਹਨਾਂ ਸਾਰੀਆਂ ਚਾਲਾਂ ਦੇ ਵਿੱਚੋਂ ਬਿਲਕੁਲ ਪਾਕ ਸਾਫ਼ ਨਿਕਲ ਰਿਹਾ। ਇਹ ਉਹਨਾਂ 'ਤੇ ਸਟਿਕ ਹੀ ਨਹੀਂ ਕਰਦੀ ਇਸ ਤਰ੍ਹਾਂ ਦੀ ਗੱਲ। ਠੀਕ ਹੈ। ਤੇ ਇੱਕ ਐਲੀਗੇਸ਼ਨ ਇਹ ਵੀ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਦੇ ਤੇ ਵੀ ਕਿਤੇ ਨਾ ਕਿਤੇ ਦਿੱਲੀ ਦਾ ਦਬਦਬਾ ਬਹੁਤ ਜ਼ਿਆਦਾ ਹੈ। ਰਾਘਵ ਚੱਡਾ ਸਾਹਿਬ ਹੀ ਇੱਕ ਤਰ੍ਹਾਂ ਨਾਲ ਡਿਫੈਕਟੋ ਚੀਫ ਮਿਨਿਸਟਰ ਨੇ, ਐਸੇ ਐਲੀਗੇਸ਼ਨਸ ਵੀ ਲੱਗਦੇ ਨੇ। ਦੇਖੋ ਜੀ, ਜਦੋਂ ਕੋਈ ਹੋਰ ਕੁਝ ਨਹੀਂ ਹੁੰਦਾ ਤੇ ਉਦੋਂ ਫਿਰ ਇਸ ਤਰ੍ਹਾਂ ਗੱਲ ਕਹਿ ਦਿਓ। ਸਾਹਿਬ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ, ਆਨਰੇਬਲ ਮੁੱਖ ਮੰਤਰੀ ਨੇ, ਐਂਡ ਹੀ ਇਜ਼ ਪਰਫਾਰਮਿੰਗ ਵੈਲ। ਤੇ ਫਿਰ ਕਿਸੇ ਨੂੰ ਕੀ ਲੋੜ ਆ ਉੱਥੇ ਦਖਲ ਦੇਣ ਦੀ? ਮੈਂ ਪੰਜਾਬ ਦੀ ਵਿਧਾਨ ਸਭਾ ਦਾ ਸਪੀਕਰ ਦੀ ਜ਼ਿੰਮੇਵਾਰੀ ਮੈਨੂੰ ਮਿਲੀ ਆ। ਤੁਸੀਂ ਮੇਰਾ ਫੋਨ ਚੈੱਕ ਕਰ ਲਓ, ਮੈਨੂੰ ਕੋਈ ਫੋਨ ਆਇਆ ਹੋਵੇ ਦਿੱਲੀੋਂ। ਹਾਂ, ਹੋ ਸਕਦਾ ਅਸੀਂ ਕਿਤੇ ਰਾਏ ਜ਼ਰੂਰ ਲਈ ਹੋਵੇ ਵੀ ਭਾਈ ਅਸੀਂ ਤਾਂ ਇੱਥੇ ਇਸ ਤਰ੍ਹਾਂ ਕਰ ਰਹੇ ਹਾਂ, ਦਿੱਲੀ ਦੀ ਵਿਧਾਨ ਸਭਾ 'ਚ ਕੀ ਹੋ ਰਿਹਾ, ਲੋਕ ਸਭਾ 'ਚ ਕੀ ਹੋ ਰਿਹਾ, ਰਾਜਸਥਾਨ 'ਚ ਕੀ ਹੋ ਰਿਹਾ। ਸੋ ਚੰਗੀਆਂ ਚੀਜ਼ਾਂ ਕਿਤੋਂ ਵੀ ਲਈਆਂ ਜਾ ਸਕਦੀਆਂ। ਸੋ ਇਹ ਐਲੀਗੇਸ਼ਨ ਨੇ, ਬੰਦੇ ਲਾ ਦਿੰਦੇ ਆ ਜੀ। ਲੇਕਿਨ ਮੈਨੂੰ ਮਾਨ ਸਾਹਿਬ ਦਾ ਮੈਨੂੰ ਪਤਾ ਵੀ ਉਹ ਵਧੀਆ ਕੰਮ ਕਰ ਰਹੇ ਆ। ਸਲਾਹ ਤਾਂ ਲੈਣੀ ਕਿਤੇ ਤੋਂ ਵੀ ਲਈ ਜਾ ਸਕਦੀ ਹੈ। ਮਤਲਬ ਤੁਹਾਨੂੰ ਲੱਗਦਾ ਹੈ ਕਿ ਪੂਰੀ ਤਰ੍ਹਾਂ ਤੁਸੀਂ ਖੁਦ ਸਪੀਕਰ ਹੈਗੇ ਹੋ? ਕਿਉਂਕਿ ਜੇ ਮੈਂ ਅੱਜ ਪੰਜਾਬ ਦੀ ਗੱਲ ਕਰਾਂ ਤੇ ਸਪੀਕਰ ਦੀ ਪੋਜੀਸ਼ਨ ਬਹੁਤ ਇੰਪੋਰਟੈਂਟ ਹੈ। ਤੁਸੀਂ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਮੈਂਬਰ ਹੈਗੇ ਹੋ। ਕਈ ਸੀਨੀਅਰ ਮੈਂਬਰਸ ਨੂੰ ਤਾਂ ਕੈਬਨਿਟ ਦੇ ਵਿੱਚ ਵੀ ਜਗ੍ਹਾ ਫਿਲਹਾਲ ਨਹੀਂ ਮਿਲ ਸਕੀ। ਸੋ ਇਹ ਜੇ ਤੁਸੀਂ ਔਨ ਰਿਕਾਰਡ ਪਾ ਰਹੇ ਹੋ, ਬੜੀ ਜ਼ਿੰਮੇਵਾਰੀ ਨਾਲ ਤੁਸੀਂ ਇਹ ਗੱਲ ਕਹਿ ਰਹੇ ਹੋਗੇ, ਆਮ ਸ਼ੋਰ, ਕਿ ਦਿੱਲੀ ਦੀ ਕੋਈ ਜ਼ਿਆਦਾ ਦਖਲਅੰਦਾਜ਼ੀ ਨਹੀਂ ਹੈ। ਜੋ ਪੰਜਾਬ ਦੇ ਵਿੱਚ ਐਜ਼ ਅ ਸਪੀਕਰ ਤੁਸੀਂ ਕੰਮ ਕਰ ਰਹੇ ਹੋ, ਜਾਂ ਚੀਫ ਮਿਨਿਸਟਰ ਸਾਹਿਬ ਕੰਮ ਕਰ ਰਹੇ, ਜਾਂ ਕੈਬਨਿਟ ਜਿਹੜਾ ਆਪਰੇਟ ਕਰ ਰਿਹਾ, ਉਹ ਬਹੁਤ ਇੰਡੀਪੈਂਡੈਂਟਲੀ ਕੰਮ ਕਰ ਰਿਹਾ। ਬਿਲਕੁਲ, ਅਸੀਂ ਆਪ ਦੇ ਫੈਸਲੇ ਆਪ ਲੈ ਰਹੇ ਹਾਂ। ਹਾਂ, ਜਿੱਥੇ ਕਿਤੇ ਸਾਨੂੰ ਕੋਈ ਸਲਾਹ ਦੀ ਲੋੜ ਹੁੰਦੀ ਹੈ, ਲੈਣੀ ਚਾਹੀਦੀ ਹੈ। ਸਲਾਹ ਤਾਂ ਕਹਿੰਦੇ ਆਪ ਨੂੰ ਨਾਲੇ ਕੰਧ ਤੋਂ ਪੁੱਛ ਲੈ। ਸਾਡੇ ਕੋਲ ਤਾਂ ਇੱਕ ਵਧੀਆ ਕੰਮ ਕਰਨ ਵਾਲੀ ਸਰਕਾਰ ਬੈਠੀ ਹੈ, ਉਹਨਾਂ ਦਾ ਤਜਰਬਾ ਹੈ। ਉਹਦੇ 'ਚ ਹਰਜ ਕੀ ਹੈ? ਉਦੋਂ ਨੁਕਸਾਨ ਹੈ ਜਦੋਂ ਕੋਈ ਪੰਜਾਬ ਦੇ ਹਿੱਤਾਂ ਨਾਲ ਕੋਈ ਕੰਪਰੋਮਾਈਜ਼ ਕੀਤਾ ਜਾਏਗਾ, ਫਿਰ ਇੱਕ ਸਵਾਲ ਖੜਾ ਹੁੰਦਾ। ਅਦਰਵਾਈਜ਼ ਤਾਂ ਇਹਦਾ ਸਵਾਲ ਹੀ ਨਹੀਂ ਖੜਾ ਕਰਨਾ ਚਾਹੀਦਾ। ਠੀਕ ਹੈ। ਅੱਛਾ, ਹੁਣ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ। ਤੁਸੀਂ ਰੋਜ਼ਗਾਰ ਦੀ ਗੱਲ ਕੀਤੀ। ਭਗਵੰਤ ਮਾਨ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ। ਜਿੱਦਾਂ ਹੀ ਇਲੈਕਟ ਹੋਏ, ਪਹਿਲਾਂ ਹੀ ਉਹਨਾਂ ਦਾ ਮੈਂ ਲੈਕਚਰ ਦੇਖ ਰਿਹਾ ਸੀਗਾ, ਉਹਨੇ ਕਿਹਾ ਕਿ ਮੇਰੀ ਜਿਹੜਾ ਹੁਣ ਹਰਾ ਪੈਨ ਹੈ ਉਹ ਚੱਲੇਗਾ ਰੋਜ਼ਗਾਰ ਵਾਸਤੇ। ਔਰ ਅੱਜ ਜਿਹੜੀ ਚੰਗੀ ਚੀਜ਼ ਹੈ, ਮੈਂ ਪਹਿਲਾਂ ਹੀ ਅਨਾਊਂਸ ਕਰ ਦਿੰਦਾ, ਤੁਹਾਡੇ ਕੋਲ ਹੋਰ ਚੰਗੀਆਂ ਚੀਜ਼ਾਂ ਪੁੱਛਾਂਗੇ ਕਿਉਂਕਿ ਤੁਸੀਂ ਇਹ ਜਵਾਬ ਨਾ ਦੇਣਾ। ਅੱਜ 2600 ਕਰੋੜ ਦੀ ਇਨਵੈਸਟਮੈਂਟ ਹੋਣ ਜਾ ਰਹੀ ਹੈ ਜੀ, ਜਿਹੜੀ ਟਾਟਾ ਵੱਲੋਂ ਕੀਤੀ ਜਾ ਰਹੀ ਹੈ। ਉਹਦਾ ਅਸੀਂ ਸਵਾਗਤ ਕਰ ਚੁੱਕੇ ਹਾਂ, ਰੇਡੀਓ ਤੇ ਵੀ, ਟੀਵੀ ਤੇ। ਜਿਹੜੇ ਚੰਗੇ ਕਦਮ ਆ ਡੈਫੀਨਿਟਲੀ ਉਹਨੂੰ ਐਪਰੀਸ਼ੀਏਟ ਕਰਦੇ। ਚਲੋ, ਇਹ ਤਾਂ ਇੱਕ ਬੜਾ ਚੰਗਾ ਕਦਮ ਚੱਕਿਆ ਉਹਨਾਂ ਨੇ, ਠੀਕ ਹੈ, ਵਿਚ ਵਾਸ ਮਚ ਨੀਡਡ। ਇੰਡਸਟਰੀ ਵਾਪਸ ਮੁੜ ਕੇ ਆਈ ਹੈ। ਬਟ ਓਵਰਆਲ ਰੋਜ਼ਗਾਰ ਕ੍ਰੀਏਟ ਕਰਨ ਲਈ ਵਿਜ਼ਨ ਅਸੀਂ ਸੁਣਨਾ ਚਾਹੁੰਦੇ ਹਾਂ। ਕੁਲਤਾਰ ਸਿੰਘ ਸੰਧਵਾ ਸਾਹਿਬ, ਵਿਜ਼ਨ ਕੀ ਹੈ ਤੁਹਾਡਾ ਆਮ ਆਦਮੀ ਪਾਰਟੀ ਦਾ? ਦੇਖੋ ਜੀ, ਹੁਣ ਮੇਰੇ ਕੋਲ ਜਿਹੜੀ ਜ਼ਿੰਮੇਵਾਰੀ ਸਪੀਕਰ ਦੀ ਆ ਜੀ, ਤੇ ਮੈਂ ਕੁਲਤਾਰ ਸਿੰਘ ਸੰਧਵਾ ਸਾਹਿਬ ਤੋਂ ਪੁੱਛਣਾ ਚਾਹੁੰਦਾ, ਕਿਉਂਕਿ ਸਪੀਕਰ ਤੋਂ ਪਹਿਲਾਂ ਮੈਂ ਸੋਚਦਾ ਸਪੀਕਰ ਤੋਂ ਪਹਿਲਾਂ ਤੁਸੀਂ ਇੱਕ ਲੀਡਰ ਹੋ ਜੀ। ਔਰ ਕੁਲਤਾਰ ਸਿੰਘ ਸੰਧਵਾ ਸਾਹਿਬ, ਜਿੱਥੇ ਤੱਕ ਯੂ ਕੁਡ ਕਰੈਕਟ ਮੀ ਇਫ ਆਮ ਰੋਂਗ, ਇਹ ਸਾਰੀ ਉਮਰ ਸਪੀਕਰ ਨਹੀਂ ਰਹਿਣੇ। ਲੋਕ ਤੁਹਾਨੂੰ ਅੱਗੇ ਦਾ ਕਦੇ ਵੀ ਹੋ ਸਕਦਾ ਹੈ 5 ਸਾਲ 10 ਸਾਲ ਬਾਅਦ ਇੱਕ ਫਿਊਚਰ ਦਾ CM ਕੈਂਡੀਡੇਟ ਵੀ ਸਮਝਦੇ, ਇੱਕ ਬਹੁਤ ਬੜਾ ਲੀਡਰ ਤੇ ਜ਼ਰੂਰ ਸਮਝਦੇ ਨੇ। ਔਰ ਤੁਸੀਂ ਇੰਜੀਨੀਅਰਿੰਗ ਵੀ ਕੀਤੀ ਹੈ। ਸੋ ਮੈਂ ਤੁਹਾਡਾ ਵਿਜ਼ਨ ਪੰਜਾਬ ਲਈ ਜਾਣਨਾ ਚਾਹੁੰਦਾ, ਉਹ ਕੋਈ ਵੀ ਕਰ ਦੇਵੇ। ਦੇਖੋ ਜੀ, ਮੈਂ ਤਾਂ ਇੱਕ ਨਿਮਾਣਾ ਜਿਹਾ ਸੇਵਕ ਹਾਂ ਪੰਜਾਬ ਦੀ ਮਿੱਟੀ ਦਾ, ਪੰਜਾਬ ਦੀ ਧਰਤੀ ਦਾ ਜੀ। ਔਰ ਮੈਂ ਤਾਂ ਦੇਣ ਨਹੀਂ ਦੇ ਸਕਦਾ ਪੰਜਾਬ ਦੇ ਲੋਕਾਂ ਦਾ। ਜਿਹੜੀ ਪੋਜੀਸ਼ਨ 'ਤੇ ਮੈਨੂੰ ਇਹਨਾਂ ਨੇ ਬਿਠਾਇਆ, ਬਹੁਤ ਵੱਡਾ ਮਾਣ ਦਿੱਤਾ। ਔਰ ਇੱਥੋਂ ਵਾਲੇ ਲੋਕਾਂ ਦਾ ਵੀ, ਮੈਂ ਇੱਥੇ ਆਉਣ ਦਾ ਮੇਰਾ ਮਕਸਦ ਪਹਿਲਾਂ ਇਹ ਹੈ, ਤੁਹਾਡੇ ਚੈਨਲ 'ਤੇ ਵੀ ਆਉਣ ਦਾ ਮਕਸਦ ਇਹ ਹੈ ਵੀ ਮੈਂ ਤਾਂ ਧੰਨਵਾਦ ਕਰਨਾ ਚਾਹੁੰਦਾ ਵੀ ਤੁਸੀਂ ਮੇਰੇ ਵਰਗੇ ਇੱਕ ਨਾਚੀਜ਼ ਵਾਸਤੇ ਅਰਦਾਸਾਂ ਕੀਤੀਆਂ, ਤੁਸੀਂ ਹਰ ਤਰੀਕੇ ਨਾਲ ਮੇਰੀ ਮਦਦ ਕੀਤੀ ਔਰ ਐਡੀ ਵੱਡੀ ਪੋਜੀਸ਼ਨ 'ਤੇ ਬਿਠਾਇਆ। ਹੁਣ ਮੇਰੀ ਲਾਲਸਾ ਇਹ ਨਹੀਂ ਵੀ ਮੈਂ ਕੋਈ ਹੋਰ ਪੋਜੀਸ਼ਨ ਲੈਣੀ ਹੈ। ਮੇਰੀ ਲਾਲਸਾ ਇਹ ਆ, ਮੇਰੀ ਅਰਦਾਸ ਇਹ ਹੈ ਵੀ ਸੱਚਾ ਪਾਤਸ਼ਾਹ, ਜਿਨ੍ਹਾਂ ਲੋਕਾਂ ਨੇ ਅਰਦਾਸਾਂ ਕਰਕੇ ਮੈਨੂੰ ਇਸ ਪੋਜੀਸ਼ਨ 'ਤੇ ਬਿਠਾਇਆ, ਮੈਂ ਉਹਨਾਂ ਦੀ ਆਸਾਂ 'ਤੇ ਪੂਰਾ ਉਤਰਾਂ। ਜਿਹੜੀ ਡਿਊਟੀ ਮੇਰੀ ਲੱਗੀ ਮੈਂ ਇਹਨੂੰ ਚੰਗੀ ਤਰ੍ਹਾਂ ਨਿਭਾਵਾਂ। ਔਰ ਗੱਲ ਪੰਜਾਬ ਵਾਸਤੇ ਇਹ ਆ ਵੀ ਐਸਾ ਨਿਜ਼ਾਮ ਪੈਦਾ ਕਰਨਾ ਪੰਜਾਬ ਦੇ ਵਿੱਚ ਕਿ ਸ਼ਾਂਤੀ ਹੋਵੇ, ਭਾਈਚਾਰਾ ਕਾਇਮ ਰਹੇ, ਸਾਡੇ ਜਿਹੜਾ ਵਪਾਰ ਵਧੇ, ਇੰਟਰਨੈਸ਼ਨਲ ਵਪਾਰ ਪੰਜਾਬ ਦਾ ਵਧੇ, ਸਾਡੇ ਉੱਥੇ ਜਿਹੜੇ ਬੱਚੇ ਪੜ੍ਹਦੇ ਨੇ ਪੰਜਾਬ 'ਚ ਸਾਨੂੰ ਉਹਦੇ ਰੁਜ਼ਗਾਰ ਦੇ ਮੌਕੇ ਮਿਲਣ। ਔਰ ਉਹ ਸਹੀ ਡਾਇਰੈਕਸ਼ਨ 'ਚ ਚੱਲ ਰਹੀ ਹੈ ਪੰਜਾਬ ਸਰਕਾਰ। ਜੇ ਇੰਡਸਟਰੀ ਆਏਗੀ, ਐਗਰੋ ਬੇਸ ਇੰਡਸਟਰੀ ਹੋ ਜਾਏ ਤਾਂ ਬਹੁਤ ਚੰਗਾ, ਉਸ ਤੋਂ ਵੀ ਚੰਗਾ, ਕਿਉਂਕਿ ਸਾਡਾ ਹੈ ਹੀ ਐਗਰੀਕਲਚਰ ਨਾਲ ਜੁੜਿਆ ਹੋਇਆ। ਸੋ ਅਸੀਂ ਉੱਥੇ ਰੁਜ਼ਗਾਰ ਪੰਜਾਬ 'ਚ ਦੇਣਾ ਹੈ। ਸੋ ਅਸੀਂ ਐਕਸਪੋਰਟ ਕਰੀਏ ਉੱਥੋਂ, ਹੈ ਜੀ। ਅਸੀਂ ਜਿਹੜੇ ਮਤਲਬ ਕਾਫੀ ਸਾਰਾ ਜਿਹੜਾ ਆਊਟਸੋਰਸ ਕੰਮ ਹੁੰਦਾ ਹੈ,
ਕੈਨੇਡਾ ਦਾ ਕੰਮ ਅਸੀਂ ਕਰੀਏ, ਅਮਰੀਕਾ ਦਾ ਕੰਮ ਕਰੀਏ, ਅਸੀਂ ਪੰਜਾਬ 'ਚ ਬੈਠੇ ਕਰੀਏ, ਕੋਟਕਪੂਰੇ ਕਿਉਂ ਨਹੀਂ ਹੋ ਸਕਦਾ ਜੀ? IT ਕੰਪਨੀ ਕੋਟਕਪੂਰੇ ਕਿਉਂ ਨਹੀਂ ਚੱਲ ਸਕਦੀ? ਸੋ ਅਸੀਂ ਉਸ ਪਾਸੇ ਲੱਗੇ ਹੋਏ ਹਾਂ। ਮੈਂ ਕਾਫੀ ਲੋਕਾਂ ਨਾਲ ਪਰਸੋਂ ਚੌਥੇ ਮੈਂ ਪਿੱਛੇ ਜੇ ਗੱਲ ਵੀ ਕੀਤੀ ਸੀ, ਮਿਸਟਰ ਬੋਪਾ ਰਾਏ ਨੇ, ਹੀ ਇਜ਼ ਫਰੋਮ US, ਉਹਨਾਂ ਨੇ ਆਪਦੀ ਉੱਥੇ ਕੰਪਨੀ ਚਲਾਈ ਹੈ, ਉਹਨਾਂ ਨੂੰ ਕੁਝ ਪ੍ਰੋਬਲਮ ਆਉਂਦੀਆਂ ਦੂਰ ਕਰ ਰਹੇ ਹਾਂ। ਔਰ ਤੁਹਾਡੇ ਰਾਹੀਂ ਮੈਂ ਇੱਥੇ ਵੀ ਦੱਸਣਾ, ਜਿਹਨੂੰ ਵੀ ਮੇਰੇ ਭਰਾ ਨੂੰ ਕਿਸੇ ਨੂੰ ਪੰਜਾਬ ਦੇ ਵਿੱਚ ਕੰਮਕਾਰ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ, ਅਸੀਂ ਬੈਠੇ ਹਾਂ। ਤੁਸੀਂ ਇੱਥੇ ਬੈਠੇ ਹੋ, ਹੁਕਮ ਕਰਨਾ, ਕੰਮ ਅਸੀਂ ਕਰਨੇ ਆ, ਔਰ ਬਿਨਾਂ ਕਿਸੇ ਲਾਲਚ ਦੇ। ਸਿਰਫ ਇੱਕੋ ਹੀ ਲਾਲਚ ਹੈ ਵੀ ਸਾਡੇ ਬੱਚਿਆਂ ਨੂੰ ਆਪਾਂ ਉੱਥੇ ਰੁਜ਼ਗਾਰ ਦੇਣਾ। ਸੋ ਪੰਜਾਬ ਦੇ ਵਿੱਚ ਰੁਜ਼ਗਾਰ ਇੰਨਾ ਕੁ ਕਰ ਦੇਣਾ, ਔਰ ਹੈਗਾ। ਇਹ ਸਿਰਫ ਜਿਹੜੀ ਮਤਲਬ ਪੁਰਾਣੀਆਂ ਸਰਕਾਰਾਂ ਉਹ ਕਹਿੰਦੀਆਂ ਸੀ, ਮੇਰੇ ਯਾਦ ਹੈ, ਮੈਂ ਹੁਣ ਨਾਂ ਨਹੀਂ ਲੈਂਦਾ ਉਹਨਾਂ ਦਾ, ਉਹ ਪਿਛਲੇ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ, ਉਹਨਾਂ ਦੇ ਕਲਾਸ ਫੈਲੋ ਸੀ, ਠੀਕ ਹੈ, ਉਹ ਕਹਿੰਦੇ ਮੇਰਾ 30 ਕਰੋੜ ਰੁਪਈਆ ਉਹਨੇ ਖਰਾਬ ਕਰਾਤਾ ਜੀ, ਨਾਂ ਨਹੀਂ ਲੈਂਦਾ ਉਹਨਾਂ ਦਾ ਜੀ ਜੀ। ਕਹਿੰਦੇ ਇੱਥੇ ਹਸਪਤਾਲ ਬਣਾਉਣਾ ਸੀ ਅਸੀਂ ਮੋਹਾਲੀ ਕੋਲੇ, ਅਸੀਂ ਜ਼ਮੀਨ ਵੀ ਦੇਖ ਲਈ, ਪੈਸਾ ਵੀ ਲਾਤਾ, ਮਤਲਬ ਉਹਨੂੰ ਪ੍ਰੋਜੈਕਟ ਰਿਪੋਰਟ ਤਿਆਰ ਕਰ ਲਈ, ਪੈਸੇ ਲੱਗ ਗਏ। ਕਹਿੰਦੇ ਜਦੋਂ ਬਣਾਉਣ ਲੱਗੇ ਉਹ ਕਹਿੰਦੇ ਮੇਰਾ ਹਿੱਸਾ ਕਿੰਨਾ ਰੱਖੇਗਾ? ਸੋਹਣੇ ਹਿੱਸਾ ਰੱਖਣ ਵਾਲੀ ਸਰਕਾਰ ਨਹੀਂ ਹੈ। ਇਹ ਤਾਂ ਇਹ ਵੀ ਤੁਸੀਂ ਆਓ, ਉੱਥੇ ਕੰਮ ਕਰੋ, ਆਪਾਂ ਬੱਚਿਆਂ ਨੂੰ ਰੁਜ਼ਗਾਰ ਦੇਈਏ, ਇੱਥੇ ਸਰਵਿਸ ਦਿਓ, ਜਿਹੜੀ ਮਤਲਬ ਆਪਾਂ IT ਦੇ ਸੈਕਟਰ ਦੇ ਸਕਦੇ ਹਾਂ, ਹੋਰ ਬੜੇ ਤਰੀਕੇ ਨਾਲ ਦੇ ਸਕਦੇ ਹਾਂ। ਉੱਥੋਂ ਕੰਮ ਜੇ ਬੰਗਲੌਰ ਤੋਂ ਕੰਮ ਹੋ ਸਕਦਾ ਸਾਡੀ ਕੈਨੇਡੀਅਨ ਕੰਪਨੀਜ਼ ਦਾ, ਅਮਰੀਕਨ ਕੰਪਨੀਜ਼ ਦਾ, ਤੇ ਫਿਰ ਕੋਟਕਪੂਰੇ ਕਿਉਂ ਨਹੀਂ ਹੋ ਸਕਦਾ? ਸੋ ਉਸ ਪਾਸੇ ਆਪਾਂ ਪੰਜਾਬ ਨੂੰ ਲੈ ਕੇ ਜਾਣਾ। ਠੀਕ ਹੈ ਜੀ, ਤੁਸੀਂ ਹੁਣੇ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕੀਤਾ। ਸੋ ਮੈਂ ਵੀ ਇਹ ਮੌਕਾ ਦੇਖਦੇ ਹਾਂ ਕਮਿਊਨਿਟੀ ਵੱਲੋਂ ਔਰ ਵਾਈ ਮੀਡੀਆ ਵੱਲੋਂ ਤੁਹਾਡਾ ਜ਼ਰੂਰ ਧੰਨਵਾਦ ਕਰ ਦੇਵਾਂ। ਵੈਸੇ ਐਂਡ 'ਚ ਦੁਬਾਰਾ ਕਰਾਂਗੇ, ਬਟ ਮੈਂ ਇਸ ਲਈ ਹੁਣ ਤੁਹਾਡਾ ਧੰਨਵਾਦ ਕਰ ਰਿਹਾ ਕਿਉਂਕਿ ਮੈਂ ਅਕਸਰ ਇਹ ਗੱਲ ਕਰਦਾ ਹਾਂ ਕਿ ਨਾ ਤੇ ਜੁਡੀਸ਼ਰੀ, ਚਾਹੇ ਕੋਈ ਜੱਜ ਹੋਵੇ, ਕੋਈ ਲਾਇਰ ਹੋਵੇ, ਜਾਂ ਈਵਨ ਮੀਡੀਆ ਜਿਹੜਾ ਫੋਰਥ ਪਿਲਰ ਹੈ, ਸਾਡੇ ਕੋਲ ਹੱਕ ਨਹੀਂ ਹੈ, ਅਸੀਂ ਕਾਨੂੰਨ ਨਹੀਂ ਬਣਾ ਸਕਦੇ। ਜੁਡੀਸ਼ਰੀ ਵੀ ਇੰਪਲੀਮੈਂਟ ਹੀ ਕਰ ਸਕਦੀ ਹੈ, ਮੀਡੀਆ ਸਿਰਫ ਉਹਨਾਂ 'ਤੇ ਸਵਾਲ ਪੁੱਛ ਸਕਦਾ ਹੈ। ਹੱਕ ਸਾਰਾ ਉਹਨਾਂ ਲੋਕਾਂ ਕੋਲ ਹੁੰਦਾ ਹੈ ਕਿ ਜਿਹੜੇ ਪੋਲੀਟਿਕਸ ਦੇ ਵਿੱਚ ਆਉਂਦੇ ਆ। ਹੋਰ ਬਹੁਤ ਤਰੀਕੇ ਨੇ ਸਮਾਜ ਨੂੰ ਸੁਧਾਰਨ ਦੇ, ਪਰ ਪੰਜਾਬ ਨੂੰ ਜੇ ਕ੍ਰਾਈਸਿਸ 'ਚੋਂ ਬਾਹਰ ਕੱਢਣਾ ਹੈ, ਕੈਨੇਡਾ ਨੂੰ ਅੱਗੇ ਲੈ ਕੇ ਜਾਣਾ ਹੈ, ਤਾਂ ਇੱਕ ਹੀ ਤਰੀਕਾ ਹੈ ਕਿ ਤੁਸੀਂ ਪੋਲੀਟਿਕਸ 'ਚ ਆਓ, ਰਾਜਨੀਤੀ 'ਚ ਆਓ। ਦੈਟਸ ਦ ਬੈਸਟ ਵੇ। ਤੁਸੀਂ ਆਏ ਹੋ, ਸੋ ਇਹਦੇ ਲਈ ਅਸੀਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ। ਔਰ ਬਹੁਤ ਘੱਟ ਇੰਜੀਨੀਅਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ CEO ਸਿਲੀਕਨ ਵੈਲੀ 'ਚ ਬਣ ਗਏ, ਉਹ ਵੀ ਜ਼ਰੂਰੀ ਹੈ, ਬਹੁਤ ਚੰਗਾ ਹੈ, ਲੇਕਿਨ ਬਹੁਤ ਘੱਟ ਇੰਜੀਨੀਅਰਸ ਜਿਹੜੇ ਨੇ ਉਹ ਇਸ ਫੀਲਡ ਦੇ ਵਿੱਚ ਆਏ ਨੇ ਔਰ ਤੁਸੀਂ ਇਸ ਪੋਜੀਸ਼ਨ ਤੱਕ ਪਹੁੰਚੇ ਹੋ। ਸੋ ਤੁਹਾਡਾ ਇਹਦੇ ਲਈ ਧੰਨਵਾਦ ਹੈ। ਧੰਨਵਾਦ ਦੇ ਨਾਲ ਨਾਲ ਤੁਸੀਂ ਆਪਣੇ ਜਿਹੜੇ ਪਹਿਲੇ ਮੈਂ ਉਸੇ 3 ਪੁਆਇੰਟਸ 'ਤੇ ਹਜੇ ਖੜਾ ਹਾਂ, ਤੁਸੀਂ 3 ਪੁਆਇੰਟਸ 'ਚ ਇੱਕ ਹੋਰ ਬੜੀ ਵਧੀਆ ਗੱਲ ਕੀਤੀ ਕਿ ਅਸੀਂ ਮੇਕ ਸ਼ੋਰ ਕਰਾਂਗੇ ਕਿ ਪੰਜਾਬ ਦੇ ਵਿੱਚ ਸ਼ਾਂਤੀ ਹੋਵੇ। ਔਰ ਇਹ ਜਿਹੜੀ ਰਾਜਨੀਤੀ ਆ ਕਿ ਕਿਸੇ ਨੂੰ ਫੋਨ ਕਰਕੇ ਕੰਮ ਕਰਾਉਣਾ ਪੈਂਦਾ ਹੈ, ਇਹਦੇ ਉੱਤੇ ਪਹਿਰਾ ਦਿਓਗੇ? ਬਿਲਕੁਲ, ਇਹ ਸਭ ਤੋਂ ਇਹੀ ਬਿਮਾਰੀ ਦੀ ਜੜੀ ਯੁੱਧਵੀਰ ਜੀ ਇਹ ਹੈ ਜੀ। ਸਾਡੇ ਜਿਹੜੇ ਬਿਊਰੋਕਰੈਟਸ ਆ, ਸਾਡੇ ਜਿਹੜੇ ਮੰਤਰੀ ਨੇ, ਪੋਲੀਟੀਸ਼ੀਅਨ ਨੇ, ਉਹ ਪਹਿਲਾਂ ਇਹ ਇੰਸ਼ੋਰ ਕਰਦੇ ਸੀ ਯਾਰ ਮੇਰੇ ਫੋਨ ਤੋਂ ਬਿਨਾਂ ਤੂੰ ਪਟਵਾਰੀ ਤੱਕ ਤੂੰ ਕਹਿੰਦੇ ਬੜੇ ਥੱਲੇ ਚਲੇ ਜਾਂਦੇ ਵੀ ਨੰਬਰ ਨਹੀਂ ਲੈਣੇ, ਅਗਲੇ ਨੇ ਆਪਦੀ ਜ਼ਮੀਨ ਦੇ ਨੰਬਰ ਲੈਣੇ ਆ। ਉਹ ਕਹਿੰਦੇ ਮੇਰੇ ਫੋਨ ਤੋਂ ਇਹ ਕੰਮ ਅਸੀਂ ਖਤਮ ਕਰ ਦੇਣਾ, ਅਸੀਂ ਟੈਕਨੋਲੋਜੀ ਦਾ ਯੂਜ਼ ਕਰਾਂਗੇ। ਸਭ ਤੋਂ ਵੱਡੀ ਗੱਲ ਵਿਲ ਪਾਰ ਦੀ, ਸਾਡੀ ਵਿਲ ਔਰ ਸਾਡੀ ਕਮਿਟਮੈਂਟ ਹੈ ਕਿ ਅਸੀਂ ਇਸ ਚੀਜ਼ ਨੂੰ ਠੀਕ ਕਰ ਦੇਣਾ, ਬਿਨਾਂ ਫੋਨ ਤੋਂ ਕੰਮ ਹੋਣਗੇ, ਔਰ ਇਹ ਕਰਨਾ ਹੈ। ਔਰ ਇਸੇ ਤੁਸੀਂ ਜਿਹੜੀ ਇਹਨਾਂ 5 ਸਾਲਾਂ ਦੇ ਵਿੱਚ ਯੂ ਵਿਲ ਫੀਲ ਦਾ ਚੇਂਜ, ਅਸੀਂ ਕਰਕੇ ਦਿਖਾਵਾਂਗੇ। ਔਰ ਹੋ ਰਿਹਾ, ਬਹੁਤ ਜਗ੍ਹਾ ਹੋ ਰਿਹਾ। ਮੇਰੇ ਉੱਥੇ ਨਾਇਬ ਤਹਿਸੀਲਦਾਰ ਅਸੀਂ ਲੈ ਕੇ ਆਏ, ਠੀਕ ਆ, ਸਰਕਾਰ ਬਣਨ ਤੋਂ ਬਾਅਦ ਆਉਂਦਿਆਂ ਹੀ ਉਹਨਾਂ ਨੇ 600 ਤੋਂ ਉੱਪਰ ਇੰਤਕਾਲ ਕਰਤੇ ਬਿਨਾਂ ਇੱਕ ਪੈਸਾ ਲਿਆ। ਨਹੀਂ ਤਾਂ ਪੰਜਾਬ ਦੇ ਵਿੱਚ ਬਿਨਾਂ ਪੈਸਾ ਲਿਆ ਰਜਿਸਟਰੀ ਤੋਂ ਬਾਅਦ ਇੰਤਕਾਲ ਨਹੀਂ ਹੁੰਦਾ। ਤੇ ਮੈਂ ਕਿਹਾ ਇਹ ਕਿਵੇਂ ਕਰਦੇ? ਕਹਿੰਦੇ ਜੀ ਹੁਣ ਸਰਕਾਰ ਹੈ, ਮੈਥੋਂ ਉੱਤਲੇ ਨੇ ਕਿਸੇ ਨੇ ਮੰਗੇ ਨਹੀਂ, ਉਹ ਤੁਸੀਂ ਨਾਇਬ ਤਹਿਸੀਲਦਾਰ ਨੇ ਮੈਨੂੰ ਕਿਹਾ, ਤੇ ਥੱਲੇ ਵਾਲੇ ਤਾਂ ਮੈਂ ਨਹੀਂ ਮੰਗੇ, ਤੇ ਉਹ ਪਏ ਸੀ ਪੁਰਾਣੇ ਰੋਕੇ ਤੇ ਮੈਂ ਕਰਤੇ। ਸੋ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ। ਹਾਂ, ਕਈ ਜਗ੍ਹਾ ਤੇ ਕੁਝ ਲੋਕ ਜਾਣਬੁੱਝ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਤੰਗ ਕਰ ਰਹੇ ਆ। ਉਹਨਾਂ ਨੂੰ ਮਾਨ ਸਾਹਿਬ ਨੇ ਵੀ ਵਾਰਨਿੰਗ ਦਿੱਤੀ ਆ, ਤੇ ਸਾਡੇ ਹੋਰ ਮੰਤਰੀ ਸਾਹਿਬਾਨ ਵੀ ਵਾਰਨਿੰਗ ਦੇ ਰਹੇ ਆ। ਮੇਰਾ ਤਾਂ ਕੰਮ ਸਪੀਕਰ ਦਾ, ਜੇ ਮੇਰੇ ਕੋਲ ਸ਼ਿਕਾਇਤ ਆਊਗੀ ਮੈਂ ਬੁਲਾ ਲੂੰਗਾ ਉੱਥੇ ਕਿ ਭਾਈ ਹੁਣ ਲੋਕਾਂ ਨੂੰ ਤੰਗ ਕਰਨਾ ਬੰਦ ਕਰ ਦਿਓ। ਹੁਣ ਲੋਕਾਂ ਦਾ ਰਾਜ ਹੈ, ਹੁਣ ਉਹ ਜੋਕਾਂ ਦਾ ਜਾਂ ਮਾੜੇ ਅਫਸਰਾਂ ਜਾਂ ਮਾੜੇ ਲੀਡਰਾਂ ਦਾ ਰਾਜ ਨਹੀਂ, ਹੁਣ ਲੋਕਾਂ ਦਾ ਰਾਜ ਹੈ ਪੰਜਾਬ ਦੇ ਵਿੱਚ, ਆਮ ਲੋਕਾਂ ਦਾ ਰਾਜ ਹੈ। ਸੋ ਉਹਨਾਂ ਨੂੰ ਆਪਾਂ ਉਹ ਜਿਹੜਾ ਰਾਜ ਦੀ, ਉਹ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਲੋਕ ਮਹਿਸੂਸ ਕਰਦੇ ਨੇ ਵੀ ਸਾਡਾ ਰਾਜ ਹੈ, ਉਹ ਪੰਜਾਬ ਦੇ ਵਿੱਚ ਵੀ ਮਹਿਸੂਸ ਕਰਾਉਣਾ। ਸੋ ਉਹਨਾਂ ਦੇ ਰਾਜ ਦੇ ਵਿੱਚ ਖਲਲ ਨਹੀਂ ਪਾਉਣਾ ਕਿਸੇ ਨੇ, ਤੇ ਉਹਦੀ ਫਿਰ ਜੇ ਕੋਈ ਡਿੱਕਾ ਪਾਊਗਾ ਫਿਰ ਉਹਦੇ ਨਾਲ ਸਖਤੀ ਨਾਲ ਨਿਪਟਿਆ ਜਾਊਗਾ। ਠੀਕ ਹੈ। ਸੋ ਜਿਹੜੇ ਇਸ ਵੇਲੇ ਹਰ ਜ਼ਿਲ੍ਹੇ ਦਾ ਜਿਹੜਾ SSP ਆ ਜਾਂ DGP ਹੈਗੇ ਨੇ, ਉਹਨਾਂ ਨੂੰ ਮੈਂ ਦੇਖ ਰਿਹਾ ਕਿ ਮੀਟਿੰਗਸ ਤਾਂ ਰੈਗੂਲਰਲੀ ਮਾਨ ਸਾਹਿਬ ਕਰ ਰਹੇ ਨੇ, ਬੁਲਾ ਕੇ ਸਾਰੀ ਗੱਲਬਾਤ ਉਹਨਾਂ ਨੇ ਕਰ ਰਹੀ ਹੈ। ਬਟ ਲਾਅ ਐਂਡ ਆਰਡਰ ਦੀ ਸਿਚੁਏਸ਼ਨ, ਕਈ ਲੋਕ ਹਜੇ ਵੀ ਸਵਾਲ ਖੜੇ ਕਰ ਰਹੇ ਨੇ ਕਿ ਗੈਂਗਸਟਰ ਜੋ ਕੁਝ ਹੋ ਰਿਹਾ, ਸਿੱਧੂ ਮੂਸੇਵਾਲਾ ਦਾ ਇਨਸੀਡੈਂਟ ਤੁਸੀਂ ਦੇਖਿਆ ਇਸ ਤਰ੍ਹਾਂ ਹੋਇਆ, ਔਰ ਹਜੇ ਵੀ ਉਹ ਮਾਮਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਸੋ ਉਹਦੇ ਬਾਰੇ ਕੀ ਕਰ ਰਹੀ ਹੈ? ਦੇਖੋ ਜੀ, ਸਿੱਧੂ ਮੂਸੇਵਾਲਾ ਦਾ ਜਿਹੜਾ ਇਨਸੀਡੈਂਟ ਆ, ਇਟ ਵਾਸ ਵੈਰੀ ਅਨਫੋਰਚੂਨੇਟ। ਮੇਰਾ ਵੀ ਦਿਲ ਭਰਿਆ ਸੀ ਜਦੋਂ ਉਹਨਾਂ ਦੀ ਮਾਤਾ
ਆਪਦੇ ਜਵਾਨ ਬੱਚੇ ਦਾ ਜੂੜਾ ਗੁੰਦ ਰਹੀ ਆ। ਮਤਲਬ ਯਾਰ ਕੋਈ ਵੀ ਬੰਦਾ ਇਨਸਾਨ ਤਾਂ ਦੇਖ ਨਹੀਂ ਸਕਦਾ ਉਹਨੂੰ। ਮੈਂ ਜਾ ਕੇ ਆਇਆ ਉੱਥੇ, ਮੈਂ ਉਹਨਾਂ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕਰਦਾ, ਤੁਹਾਡੇ ਰਾਹੀਂ ਵੀ ਕਰਦਾ। ਇਸ ਤਰ੍ਹਾਂ ਦੀਆਂ ਘਟਨਾਵਾਂ, ਮੰਦਭਾਗੀ ਘਟਨਾਵਾਂ ਨਹੀਂ ਹੋਣੀ ਚਾਹੀਦੀਆਂ। ਲੇਕਿਨ ਹੁਣ ਸਰਕਾਰ ਸਖਤੀ ਨਾਲ, ਕਿਉਂਕਿ ਇਹ ਇੱਕ ਦਿਨ 'ਚ ਤਾਂ ਹੋਇਆ ਨਹੀਂ, ਇਹ ਮਾਹੌਲ ਇੱਕ ਦਿਨ 'ਚ ਨਹੀਂ ਬਣਿਆ। ਹੁਣ ਸਰਕਾਰ ਸੁਧਾਰ ਵੱਲ ਲੱਗੀ ਹੋਈ ਹੈ ਔਰ ਸੁਧਾਰ ਬਹੁਤ ਜਲਦੀ ਹੋਏਗਾ ਔਰ ਕਰ ਰਹੇ ਹਾਂ। ਮੇਰੀ ਮਾਨ ਸਾਹਿਬ ਨਾਲ ਵੀ ਇਹਦੇ ਬਾਰੇ ਲਗਾਤਾਰ ਗੱਲ ਹੁੰਦੀ, ਸਾਡੇ ਮੰਤਰੀ ਸਾਹਿਬਾਨ ਨਾਲ ਵੀ, ਅਫਸਰਾਂ ਨਾਲ ਵੀ ਗੱਲ ਹੁੰਦੀ ਹੈ। ਅਤੇ ਇਸ ਪਾਸੇ ਕੋਈ ਅੱਗੇ ਤੋਂ ਹੁਣ ਮਤਲਬ ਕੋਈ ਵੀ ਕੰਪਰੋਮਾਈਜ਼, ਕੋਈ ਵੀ ਢਿੱਲ ਨਹੀਂ ਬਖਸ਼ੀ ਜਾਏਗੀ। ਕਈ ਲੋਕਾਂ ਨੇ ਟੈਲੀਫੋਨ ਕੀਤੇ ਆ, ਉਹ ਉੜੀਸਾ 'ਚ ਬੈਠੇ ਕਿਤੇ ਉਹ ਕਰ ਰਹੇ ਆ, ਉਹ ਜਿਹੜੇ ਗੈਂਗਸਟਰ ਜੇ ਮਤਲਬ ਆਪਦੇ ਆਪ ਨੂੰ ਦੱਸ ਕੇ ਗਲਤ ਵੀ ਧਮਕਾ ਰਹੇ ਆ। ਸੋ ਇਸ ਕਰਕੇ ਡਰਨਾ ਵੀ ਨਹੀਂ। ਪੰਜਾਬ ਸਰਕਾਰ ਲੋਕਾਂ ਨਾਲ ਖੜੀ ਹੈ। ਸਾਡੇ ਭਰਾਵਾਂ ਨੂੰ ਰੈਂਸਮ ਦੀਆਂ ਕਾਲਸ ਵੀ ਆਉਂਦੀਆਂ ਕਈਆਂ ਨੂੰ। ਸੋ ਬਿਲਕੁਲ ਨਹੀਂ ਘਬਰਾਉਣਾ, ਸਰਕਾਰ ਤੁਹਾਡੇ ਨਾਲ। ਔਰ ਦੱਸੋ ਸਗੋਂ, ਅੱਜ ਵੀ ਮੈਨੂੰ ਇੱਕ ਬੰਦੇ ਨੇ ਦੱਸਿਆ, ਮੈਂ ਉਹਦਾ DGP ਨਾਲ ਟੇਕਅਪ ਕੀਤਾ, ਸੋ ਫੜ ਵੀ ਲਵਾਂਗੇ। ਸੋ ਹੁਣ ਪੰਜਾਬ ਦੇ ਵਿੱਚ ਰੂਲ ਆਫ ਲਾਅ, ਹੁਣ ਕਾਨੂੰਨ ਦਾ ਰਾਜ ਚੱਲਦਾ ਹੈ। ਸੋ ਇਸ ਤਰ੍ਹਾਂ ਦਾ ਬਿਲਕੁਲ ਤੁਸੀਂ ਇਸ ਗੱਲੋਂ, ਇਸ ਕੈਮਰੇ ਰਾਹੀਂ, ਤੁਹਾਡੇ ਚੈਨਲ ਦੇ ਰਾਹੀਂ ਮੈਂ ਇੰਸ਼ੋਰ ਕਰਨਾ ਚਾਹੁੰਦਾ ਵੀ ਹੁਣ ਡਰਨ ਦੀ ਲੋੜ ਨਹੀਂ ਹੈ। ਉਹ ਹੋ ਗਿਆ ਜਿਹੜਾ ਕੁਝ ਹੋਣਾ ਸੀ, ਉਹ ਮਾੜਾ, ਬਹੁਤ ਮਾੜਾ ਹੋ ਗਿਆ, ਉਹਨੂੰ ਆਪਾਂ ਠੀਕ ਨਹੀਂ ਕਰ ਸਕਦੇ। ਲੇਕਿਨ ਅੱਗੇ ਤੋਂ ਨਾ ਹੋਵੇ, ਇਹਦੇ ਵਾਸਤੇ ਮਾਨ ਸਾਹਿਬ ਲੱਗੇ ਹੋਏ ਨੇ, ਸਾਰੀ ਸਰਕਾਰ ਲੱਗੀ ਹੋਈ ਹੈ। ਇੱਕ ਬਹੁਤ ਵਧੀਆ ਫੈਸਲਾ ਜਿਹੜਾ ਮਾਨ ਸਾਹਿਬ ਦੀ ਤੁਹਾਡੀ ਸਰਕਾਰ ਨੇ ਕੀਤਾ, ਔਰ ਤੁਹਾਨੂੰ ਵੀ ਮੈਂ ਖਾਸ ਉਹਦੀ ਮੁਬਾਰਕਬਾਦ ਦੇਣਾ ਚਾਹੁੰਦਾ ਹੈ ਕਿ ਜਿਹੜੀ ਲਾਈਵ ਬ੍ਰੌਡਕਾਸਟ ਸ਼ੁਰੂ ਕਰ ਦਿੱਤੀ ਹੈ ਵਿਧਾਨ ਸਭਾ ਦੀ। ਇਹ ਬਹੁਤ ਵਧੀਆ ਹੈ ਔਰ ਤੁਸੀਂ ਵੀ ਉੱਥੇ ਬੈਠੇ ਹੁੰਦੇ ਹੋ ਔਰ ਬਾਕੀ ਸਾਰੀ ਗੱਲਬਾਤ ਸੁਣਦੇ ਹੋ। ਐਜ਼ ਅ ਜਰਨਲਿਸਟ ਮੈਂ ਤਾਂ ਬਹੁਤ ਇੰਜੋਏ ਕਰਦਾ ਔਰ ਆਈ ਐਮ ਸ਼ੋਰ ਮੈਂ ਫਿਰ ਕਈ ਵਾਰ ਤਾਂ ਦੁਬਾਰਾ ਵੀ ਦੇਖਦਾ, ਸਾਰੀ ਸਾਨੂੰ ਸਮਝ ਵੀ ਆ ਜਾਂਦੀ ਵੀ ਕਿਹੜੀ ਗੱਲ ਹੋ ਰਹੀ ਹੈ। ਔਰ ਸਭ ਤੋਂ ਵਧੀਆ ਚੀਜ਼ ਆ, ਕੰਪੀਟੈਂਸ ਪਤਾ ਲੱਗਦੀ ਹੈ ਕਿ ਜਦੋਂ ਗੱਲ ਕੋਈ ਕਰਦਾ ਹੈ ਵਿਧਾਨ ਸਭਾ 'ਚ ਤਾਂ ਸਾਨੂੰ ਇੱਥੇ ਬੈਠਿਆਂ ਪਤਾ ਲੱਗਦਾ ਹੈ ਕਿ ਕੀ ਮੁੱਦਾ ਕੀ ਚੱਕਿਆ, ਕੰਪੀਟੈਂਸ ਹੈ ਗੱਲਬਾਤ 'ਚ ਕਿ ਨਹੀਂ, ਜਵਾਬ ਕੌਣ ਦੇ ਰਿਹਾ। ਸੋ ਇਹ ਬਹੁਤ ਵਧੀਆ ਚੀਜ਼ ਆ। ਇਹਦੇ 'ਤੇ ਵੀ ਤੁਹਾਡਾ ਕਮੈਂਟ ਲਵਾਂਗਾ ਕਿਉਂਕਿ ਸਮੇਂ ਘੱਟ ਆ। ਫਟਾਫਟ ਮੈਂ ਇੱਕ ਕੁਐਸਚਨ ਵੀ ਇਹਦੇ ਨਾਲ ਜ਼ਰੂਰ ਜੋੜਦੇ ਹਾਂ, ਮੁਬਾਰਕਬਾਦ ਵੀ ਦੇ ਰਿਹਾ। ਪੰਜਾਬ ਦੇ ਵਿੱਚ ਵਾਅਦੇ ਬੜੇ ਹੋਏ ਨੇ, ਬਟ ਨਾਮ ਨਹੀਂ ਲਵਾਂਗਾ, ਪਰ 1-2 ਚੈਨਲਸ ਜਿਹੜੇ ਆ, ਜੇ ਬ੍ਰੌਡਕਾਸਟਿੰਗ ਇੰਡਸਟਰੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਹੀ ਕੰਟਰੋਲ ਆ। ਇੰਡੀਆ ਦੇ ਵਿੱਚ ਇੰਨੇ ਸਾਰੇ ਚੈਨਲਸ ਨੇ ਔਰ ਉਹਦੇ ਉੱਤੇ ਵੀ ਅਸੀਂ ਹੁਣ ਦੇਖ ਰਹੇ ਹਾਂ ਕਿ ਕਾਰਪੋਰੇਟਸ ਇੰਡੀਆ ਲੈਵਲ ਤੇ ਵੀ ਆ ਰਹੇ, ਪਰ ਪੰਜਾਬ ਲੈਵਲ ਤੇ ਕੀ ਹੈ? ਇਹ ਦੋਨੋਂ ਪੁਆਇੰਟਸ ਨੇ। ਦੇਖੋ, ਜੇ ਤਾਂ ਆਪਾਂ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ ਜੀ, ਤੇ ਸਾਨੂੰ ਮੀਡੀਆ ਦੇ ਉੱਪਰ ਜਿਹੜਾ ਨਾ ਅਨਡਿਊ ਪ੍ਰੈਸ਼ਰ ਜਾਂ ਇਨਐਪਰੋਪਰੀਏਟ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਹੈ, ਵਰਤੀ ਹੈ, ਇਹ ਨਹੀਂ, ਇਹ ਤੋਂ ਪਾਸੇ ਹਟਣਾ ਪੈਣਾ ਹੈ ਤੁਹਾਨੂੰ। ਡੈਮੋਕ੍ਰੇਸੀ ਤਾਂ ਹੀ ਸਟਰੋਂਗ ਰਹੇਗੀ ਜੇ ਸਾਡੀ ਕਲਮ ਸਹੀ ਲਿਖਦੀ ਹੈ, ਜੇ ਸਾਡਾ TV ਸਹੀ ਗੱਲ ਬੋਲਦਾ ਹੈ, ਏਜੰਡਾ ਲੈ ਕੇ ਨਹੀਂ ਚੱਲਦਾ। ਸੋ ਪੰਜਾਬ ਸਰਕਾਰ ਕਮਿਟਡ ਹੈ। ਅਸੀਂ ਮੀਡੀਆ ਨੂੰ ਪੂਰੀ ਇੱਜ਼ਤ ਦਿੰਦੇ ਹਾਂ, ਸਨਮਾਨ ਦਿੰਦੇ ਹਾਂ ਔਰ ਸਮਝਦੇ ਹਾਂ, ਕਿਉਂਕਿ ਜੇ ਡੈਮੋਕ੍ਰੇਸੀ ਦਾ ਨੁਕਸਾਨ ਹੁੰਦਾ, ਲੋਕਤੰਤਰ ਦਾ ਨੁਕਸਾਨ ਹੁੰਦਾ, ਤਾਂ ਉਹਦੇ 'ਚ ਇਹ ਨਹੀਂ ਹੈ ਵੀ ਕੁਲਤਾਰ ਸਿੰਘ ਮਤਲਬ ਅਣਭਿੱਜ ਰਹਿ ਜਾਊਗਾ। ਉਹ ਤੋਂ ਨੁਕਸਾਨ ਤਾਂ ਕੁਲਤਾਰ ਸਿੰਘ ਦਾ ਵੀ ਹੋਣਾ, ਫਿਰ ਅੱਜ ਨਹੀਂ ਹੋਏ ਕੱਲ੍ਹ ਹੋ ਜਾਏਗਾ। ਸੋ ਆਪਾਂ ਡੈਮੋਕ੍ਰੇਸੀ ਨੂੰ ਤਕੜੇ ਰੱਖਣਾ। ਬਾਕੀ ਜਿਹੜੀ ਕੰਪੀਟੈਂਸ ਦੀ ਗੱਲ ਆ, ਵਿਧਾਨ ਸਭਾ ਨੂੰ ਲਾਈਵ ਕਰਕੇ ਚੰਗੀ ਤਰ੍ਹਾਂ ਚਲਾਉਣ ਦੀ ਗੱਲ ਆ, ਉਹਦੇ ਬਾਰੇ ਤਾਂ ਮੈਂ ਇੱਕੋ ਗੱਲ ਕਹਿਣਾ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਸੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਇਹ ਗੁਰੂ ਸਾਹਿਬ ਦੀ ਕਿਰਪਾ ਹੈ, ਗੁਰੂ ਦੀ ਸੰਗਤ ਦੀ ਕਿਰਪਾ, ਸੰਗਤ ਦੀਆਂ ਅਰਦਾਸਾਂ ਦੀ ਕਿਰਪਾ, ਜਿਹਦੇ ਕਰਕੇ ਉਹ ਚੰਗੇ ਫੈਸਲੇ ਉੱਥੇ ਲਏ ਗਏ ਅਤੇ ਵਿਧਾਨ ਸਭਾ ਦੀ ਕਾਰਗੁਜ਼ਾਰੀ ਚੰਗੀ ਤਰ੍ਹਾਂ ਚਲਾਈ ਗਈ। ਠੀਕ ਹੈ। ਥੋੜ੍ਹੀ ਜਿਹੀ ਗੱਲ ਹੁਣ ਅਸੀਂ ਐਜੂਕੇਸ਼ਨ ਦੀ ਵੀ ਕਰ ਲੈਂਦੇ ਹਾਂ। ਸਾਰੇ ਇੰਡੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ, ਜੇ ਅੱਜ ਸਿਲੀਕਨ ਵੈਲੀ 'ਤੇ ਇੰਨਾ ਵਧੀਆ ਸਭ ਕੁਝ ਹੋ ਰਿਹਾ ਹੈ ਜਾਂ ਹੋਰ ਜਗ੍ਹਾ 'ਤੇ ਹੋ ਰਿਹਾ, ਅਤੇ ਉਹਦੇ ਵਿੱਚ ਸਾਡੇ IITs ਉਸ 'ਤੇ ਖੁਦ ਇੰਜੀਨੀਅਰਿੰਗ ਕੀਤੀ ਹੈ, IIMs ਔਰ ਏਮਸ ਦਾ ਬੜਾ ਅਹਿਮ ਰੋਲ ਆ। ਪੰਜਾਬ ਦੇ ਵਿੱਚ ਵੀ ਹੁਣ ਇੰਸਟੀਚਿਊਟਸ ਬਣ ਰਹੇ ਨੇ, ਪਰ ਕਿਆ ਉਸ ਲੈਵਲ ਦੇ ਹੈਗੇ ਨੇ ਜਿਹੜੇ ਪੰਜਾਬ ਤੋਂ ਬਾਹਰ ਨੇ? ਔਰ ਐਜੂਕੇਸ਼ਨਲ ਹੋਰ ਇੰਸਟੀਚਿਊਟਸ ਨੂੰ ਜੇ ਅਸੀਂ ਬੜਾਵਾ ਦੇਣਾ ਐਜੂਕੇਸ਼ਨ ਵਾਸਤੇ, ਉਹਦੇ ਵਾਸਤੇ ਸਰਕਾਰ ਕੀ ਕਦਮ ਚੁੱਕ ਰਹੀ ਹੈ? ਸਰਕਾਰ ਦਾ ਜਿੱਥੋਂ ਤੱਕ ਮੈਂ ਮਹਿਸੂਸ ਕੀਤਾ ਬਤੌਰ ਸਪੀਕਰ, ਮੇਰੀ ਇੰਟਰੈਕਸ਼ਨ ਹੁੰਦੀ ਹੈ ਮੰਤਰੀ ਸਾਹਿਬਾਨਾਂ ਨਾਲ, ਮਾਣਯੋਗ ਮੁੱਖ ਮੰਤਰੀ ਸਾਹਿਬ ਨਾਲ, ਸਾਡੇ ਜਿਹੜੇ ਬਿਊਰੋਕਰੈਟਸ ਉਹਨਾਂ ਨਾਲ, ਅਤੇ ਸਰਕਾਰ ਦੀ ਸਾਡੀ ਮੇਨ ਸਟੇ ਹੈ, ਮੇਨ ਪਲੈਂਕ ਹੈ, ਇਟਸ ਐਜੂਕੇਸ਼ਨ ਐਂਡ ਹੈਲਥ। ਠੀਕ ਹੈ। ਔਰ ਇਹਦੇ ਵਾਸਤੇ ਬਜਟਰੀ ਪ੍ਰੋਵੀਜ਼ਨਸ ਵੀ ਰੱਖੀਆਂ ਗਈਆਂ। ਔਰ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਜਿਹੜੇ ਪੰਜਾਬ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈ, ਉਹਨਾਂ ਦੀ ਮਤਲਬ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਹੈ, ਇਟਸ ਫਾਰ ਬੈਟਰ ਦੈਨ ਅਦਰ ਸਟੇਟਸ। ਔਰ ਇਹਨੂੰ ਮੇਨਟੇਨ ਕਰਾਂਗੇ ਔਰ ਇਹਨੂੰ ਹੋਰ ਇੰਪਰੂਵ ਕਰਾਂਗੇ। ਮੈਡੀਕਲ ਐਜੂਕੇਸ਼ਨ ਦੇ ਵਿੱਚ ਕੁਛ ਮਹਿੰਗਾ ਜ਼ਰੂਰ ਹੈ, ਸੋ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਸਰਕਾਰ ਨੂੰ ਗੱਲ ਵੀ ਕਰਾਂਗਾ, ਮੁੱਖ ਮੰਤਰੀ ਸਾਹਿਬ ਨੂੰ ਕਹਾਂਗਾ ਕਿ ਇਹ ਹਰੇਕ ਦੀ ਪਹੁੰਚ ਦੇ ਵਿੱਚ ਹੋਣੀ ਚਾਹੀਦੀ ਹੈ। ਸੋ ਕੁਆਲਿਟੀ ਐਜੂਕੇਸ਼ਨ ਦੀ ਤਾਂ ਗਰੰਟੀ ਹੈ ਜੀ।
ਇੱਕ ਜਦੋਂ ਤੁਸੀਂ ਮੁੱਖ ਮੰਤਰੀ ਸਾਹਿਬ ਆਈ ਨੋ ਤੁਹਾਡੀ ਗੱਲ ਬੜੇ ਧਿਆਨ ਨਾਲ ਸੁਣਦੇ ਆ, ਤੁਸੀਂ ਬਹੁਤ ਸੀਨੀਅਰ ਲੀਡਰ ਔਰ ਤੁਹਾਡੀ ਗੱਲ ਦੱਸਾਂ ਕੇਜਰੀਵਾਲ ਸਾਹਿਬ ਸਾਰੇ ਹੀ ਸੁਣਦੇ ਆ ਸਰ। ਸਪੋਰਟਸ ਦੇ ਵਿੱਚ ਕਿਉਂਕਿ ਮੈਂ ਖੁਦ ਸਪੋਰਟਸ ਪਰਸਨ ਰਿਹਾ, ਮੇਰਾ ਜ਼ਾਤੀ ਤੌਰ ਤੇ ਬੜਾ ਹੁਣ ਵੀ ਮੈਂ ਗੇਮਸ ਖੇਡਦਾ, ਮੇਰਾ ਬੜਾ ਲਗਾਵ ਹੈ ਇਹਦੇ ਨਾਲ ਸਪੋਰਟਸ ਨਾਲ। ਸਾਨੂੰ ਬੜੀ ਖੁਸ਼ੀ ਹੈ ਕਿ ਹਰਿਆਣਾ ਬਹੁਤ ਤਰੱਕੀ ਕਰ ਰਿਹਾ, ਬੜੇ ਮੈਡਲਸ ਹਰਿਆਣੇ ਦੀ ਝੋਲੀ ਜਾਂਦੇ ਨੇ। ਪਰ ਜੇ ਅਸੀਂ ਹਾਕੀ ਨੂੰ ਬਾਹਰ ਕੱਢ ਦਈਏ ਤੇ ਫਿਰ ਸਾਡੇ ਤਾਂ ਇੰਨੇ ਖਿਡਾਰੀਆਂ ਦੀ ਰਿਪਰੈਜ਼ੈਂਟੇਸ਼ਨ ਵੀ ਨਹੀਂ ਹੈਗੀ ਆ। ਸਪੋਰਟਸ ਨੂੰ ਅਸੀਂ ਹੋਰ ਬੜਾਵਾ ਦੇਣ ਲਈ ਕਿ ਅਸੀਂ ਸਾਡੇ ਖਿਡਾਰੀ, ਕਿਉਂਕਿ ਮਾਪਦੰਡ ਤਾਂ ਇਹ ਹੈ ਨਾ ਕਿ ਅਸੀਂ ਕਾਮਨਵੈਲਥ ਗੇਮਸ ਕਿੰਨੇ ਮੈਡਲ ਅਸੀਂ ਜਿੱਤ ਰਹੇ ਹਾਂ, ਓਲੰਪਿਕਸ ਕਿੰਨੇ ਮੈਡਲ ਜਿੱਤ ਰਹੇ ਹਾਂ, ਏਸ਼ੀਅਨ ਗੇਮਸ ਅਸੀਂ ਕਿੰਨੇ ਮੈਡਲ ਜਿੱਤ ਰਹੇ ਹਾਂ। ਹਰਿਆਣਾ ਦੀ ਜ਼ਿਆਦਾ ਲੜਕੀਆਂ ਅੱਜ ਫੀਲਡ ਹਾਕੀ ਦੀ ਅਸੀਂ ਗੱਲ ਕਰ ਲਈਏ, ਕੀ ਕਹੋਗੇ? ਦੇਖੋ ਉਹ ਗੱਲ ਫਿਰ ਉੱਥੇ ਆ ਗਈ ਜੀ, ਇਹ ਟੈਲੀਫੋਨ ਵਾਲਾ ਕਲਚਰ ਬੰਦ ਕਰਨਾ। ਅੱਛਾ, ਸਿਫਾਰਸ਼ੀ ਜਿਹੜੇ ਜਾਂਦੇ ਨੇ ਇਹ ਬੰਦ ਕਰਨੇ ਆ। ਜੇ ਮੈਰਿਟ ਤੇ ਸਾਡੇ ਜਿਹੜੇ ਪਾਰਟਿਸਪੈਂਟ ਹੈ, ਸਾਡੇ ਸਪੋਰਟਸ ਪਰਸਨ ਆ, ਉਹ ਸਿਲੈਕਟ ਹੋਣ ਲੱਗ ਪਏ ਤੇ ਪੰਜਾਬ ਇਜ਼ ਫਾਰ ਅਹੈਡ ਫਰੋਮ ਐਨੀ ਸਟੇਟ। ਠੀਕ ਹੈ, ਆਪਾਂ ਪਿੱਛੇ ਨਹੀਂ ਰਹਿ ਸਕਦੇ, ਪੰਜਾਬੀ ਤਾਂ ਪਿੱਛੇ ਰਹਿ ਹੀ ਨਹੀਂ ਸਕਦਾ। ਸੋ ਉਹ ਸਿਫਾਰਿਸ਼ ਕਲਚਰ ਬੰਦ ਕਰਾਂਗੇ। ਬਾਕੀ ਜਿਹੜੇ ਸਾਡੇ ਸਪੋਰਟਸ ਪਰਸਨ ਹੈ ਜਿਹੜੇ ਆਪਦੀ ਜ਼ਿੰਦਗੀ ਲਾਉਂਦੇ ਨੇ, ਉਹਨਾਂ ਵਾਸਤੇ ਚੰਗਾ ਜਿਹੜਾ ਰਿਵਾਰਡ ਹੈ, ਕੋਈ ਇੰਟਰਨੈਸ਼ਨਲ ਜਿੱਤ ਕੇ ਆਉਂਦਾ, ਨੈਸ਼ਨਲ ਜਿੱਤਦਾ, ਓਲੰਪਿਕਸ ਜਿੱਤਦਾ, ਉਹਨਾਂ ਦੇ ਰਿਵਾਰਡ ਅਤੇ ਉਹਨਾਂ ਦੀ ਟ੍ਰੇਨਿੰਗ ਇਹਨੂੰ ਇੰਪਰੂਵ ਕਰਨ ਵਾਸਤੇ ਮੈਂ ਸਰਕਾਰ ਨਾਲ ਗੱਲ ਕਰਾਂਗਾ। ਠੀਕ ਹੈ। ਮੇਨ ਜਿਹੜੀ ਸਾਰੀ ਗੱਲ ਆ ਕੇ ਖਤਮ ਹੋਣੀ ਉਹ ਤਾਂ ਰੈਵਨਿਊ ਤੇ ਹੋਣੀ ਹੈ। ਅਸੀਂ ਜਿੰਨਾ ਮਰਜ਼ੀ ਹੋਰ ਬਾਕੀ ਗੱਲਾਂ ਕਰ ਲਈਏ। ਸੋ 3 ਸਵਾਲ ਨੇ ਇਹਦੇ ਤੇ, ਤੁਸੀਂ ਇਹਨੂੰ ਐਡਰੈਸ ਕਰ ਦਿਓ। ਇੱਕ ਤੇ ਕਿ ਰੈਵਨਿਊ ਆਏਗਾ ਕਿਹੜੀ ਜਗ੍ਹਾ ਤੋਂ, ਠੀਕ ਹੈ। ਦੂਸਰਾ ਜਿਹੜਾ ਹੈਗਾ ਅੱਜ ਕੱਲ੍ਹ ਇੰਡੀਆ 'ਚ ਬੜੀ ਗੱਲ ਹੋ ਰਹੀ ਹੈ, ਰੇਵੜੀਆਂ ਵੰਡੀਆਂ ਜਾ ਰਹੀਆਂ। ਉਹ ਕਹਿੰਦੇ ਨਹੀਂ ਜੀ ਤੁਸੀਂ ਗੱਚਕ ਵੰਡ ਰਹੇ ਹੋ। ਅਸੀਂ ਰੇਵੜੀ ਗੱਚਕ ਦੇ ਚੱਕਰ 'ਚ ਨਾ ਪਈਏ, ਪਰ ਇਹਨੂੰ ਅੰਗਰੇਜ਼ੀ ਟਰਮ ਇਸਤੇਮਾਲ ਕਰ ਲੈਂਦੇ, ਫ੍ਰੀ ਬੀਜ਼ ਹੈ ਨਾ। ਉਹਦੇ ਤੇ ਹੁਣ ਸੁਪਰੀਮ ਕੋਰਟ ਨੇ ਵੀ ਬੜੀ ਗੱਲ ਕੀਤੀ ਹੈਗੀ ਹੈ। ਸੋ ਫ੍ਰੀ ਬੀਜ਼ ਦੇ ਬਾਰੇ ਔਰ ਆਮ ਆਦਮੀ ਪਾਰਟੀ ਦੇ ਐਲੀਗੇਸ਼ਨ ਲੱਗਦੇ, ਤੁਸੀਂ ਉਹਨਾਂ ਤੇ ਲਾ ਦਿੰਦੇ ਹੋ ਬੀਜੇਪੀ ਤੇ ਕਿ ਫ੍ਰੀ ਬੀਜ਼ ਬਿਜਲੀ ਫ੍ਰੀ ਹੈ। ਫਿਰ ਉਹ ਜੇ ਹੋਇਆ ਤਾਂ ਫਿਰ ਕਿਸ ਤਰ੍ਹਾਂ ਐਡਰੈਸ ਹੋਏਗਾ। ਔਰ ਤੀਸਰਾ ਔਰ ਬੜਾ ਇੰਪੋਰਟੈਂਟ ਪੁਆਇੰਟ ਕਿ ਜਿਹੜੀ ਇਨਵੈਸਟਮੈਂਟ ਤੁਸੀਂ ਪੰਜਾਬ ਦੇ ਵਿੱਚ ਅਟਰੈਕਟ ਕਰਨਾ ਚਾਹੁੰਦੇ ਹੋ, ਜੇ ਤੋਂ ਰੈਵਨਿਊ ਬਣੇ, ਉਹਦਾ ਕੀ ਪਲੈਨਿੰਗ। ਔਰ ਬਾਹਰ ਬੜੇ ਸਾਰੇ NRI, ਤੁਸੀਂ ਪਹਿਲਾਂ ਟੱਚ ਕਰ ਦਿੱਤਾ, ਇਹਨੂੰ ਜਰਾ ਡਿਟੇਲ 'ਚ ਟੱਚ ਕਰ ਸਕਦੇ ਹੋ ਤੁਸੀਂ। ਅਸੀਂ ਬਹੁਤ ਸਾਰੇ NRIs ਦੇਖਦੇ ਹਾਂ ਪੰਜਾਬ 'ਚ, ਬਹੁਤ ਬੜਾ, ਪੰਜਾਬ ਨਹੀਂ ਇੰਡੀਆ 'ਚ ਬਹੁਤ ਬੜਾ ਬਿਜ਼ਨਸ ਕਰ ਰਹੇ ਨੇ। ਈਵਨ ਏਅਰਪੋਰਟਸ ਤੱਕ ਉਹ ਲੋਕ ਮੈਨੇਜ ਕਰ ਰਹੇ। ਇਹ ਤਿੰਨੇ ਪੁਆਇੰਟਸ ਪਲੀਜ਼। ਦੇਖੋ ਜੀ, ਮੈਂ ਤਾਂ ਇੱਕੋ ਗੱਲ ਤੁਹਾਨੂੰ ਕਹਿਣੀ ਚਾਹੁੰਦਾ, ਪੰਜਾਬ ਤੁਸੀਂ ਕੋਈ ਅੱਜ ਸਭ ਤੋਂ ਜਿਹੜੀ ਅਮੀਰ ਕੰਪਨੀ ਉਹ ਕਿਹੜਾ ਕੰਮ ਕਰਦੀ ਹੈ? IT ਦਾ ਕੰਮ। IT ਦੇ ਪ੍ਰੋਡਕਟਸ ਤੁਸੀਂ ਮੇਰੇ ਖਿਆਲ ਸਾਲ 'ਚ 1 ਜਾਂ 2 ਵਾਰੀ ਖਰੀਦਦੇ ਹੋਗੇ ਕੋਈ ਨਵਾਂ ਪ੍ਰੋਡਕਟ? ਜੀ 1 ਜਾਂ 2 ਵਾਰੀ ਖਰੀਦਦੇ, ਇਸ ਤੋਂ ਵੱਧ ਤਾਂ ਨਹੀਂ। ਠੀਕ ਹੈ। IT ਦੇ ਪ੍ਰੋਡਕਟਸ ਬਣਾ ਕੇ ਕੰਪਨੀਆਂ ਦੁਨੀਆ ਦੀਆਂ ਸਭ ਤੋਂ ਅਮੀਰ ਕੰਪਨੀਆਂ ਬਣੀਆਂ ਹੋਈਆਂ। ਜਿਹੜੀ ਚੀਜ਼ ਦੀ ਰੋਜ਼ ਲੋੜ ਪੈਂਦੀ ਹੈ ਉਹ ਕਿਹਦੇ ਕੋਲੇ ਹੈ? ਪੰਜਾਬ ਕੋਲ। ਉਹ ਪੰਜਾਬ ਕੋਲੇ ਹੈ। ਫੂਡ, ਗ੍ਰੀਨਸ, ਉਹ ਪੰਜਾਬ ਕੋਲ ਹੈ। ਪੰਜਾਬ ਤਾਂ ਬਹੁਤ ਜ਼ਿਆਦਾ ਅਮੀਰ ਹੋਣਾ ਚਾਹੀਦਾ। ਉਹ ਸਿਰਫ ਇਸ ਕਰਕੇ ਨਹੀਂ ਹੋਇਆ ਕਿ ਅਸੀਂ ਉਸ ਪੋਟੈਂਸ਼ੀਅਲ ਨੂੰ ਐਕਸਪਲੋਇਟ ਨਹੀਂ ਕੀਤਾ। ਸਾਡੇ ਉੱਥੇ ਕਰਪਸ਼ਨ ਹੈ। ਉੱਥੇ ਅਡਾਨੀ ਦਾ ਕਹਿੰਦਾ ਵੀ ਮੈਂ ਜਾ ਕੇ ਉੱਥੇ ਕਾਰੋਬਾਰ ਕਰਨਾ, ਤੇ ਆਪਾਂ ਪੰਜਾਬੀ ਨਹੀਂ ਕਰ ਸਕਦੇ। ਸੋ ਸਰਕਾਰ ਉੱਥੇ ਐਗਰੀਕਲਚਰ ਨੂੰ ਚੰਗੀ ਤਰ੍ਹਾਂ ਬੜਾਵਾ ਦੇਵੇਗੀ। ਹਾਂ, ਜੇ ਸਾਡੇ ਬੱਚੇ ਉੱਥੋਂ ਪੜ੍ਹ ਕੇ, ਇੰਡੀਆ ਤੋਂ ਪੜ੍ਹ ਕੇ ਇੱਥੇ ਆ ਕੇ ਏਅਰਪੋਰਟਸ ਮੈਨੇਜ ਕਰ ਰਹੇ ਆ, ਵੱਡੀਆਂ ਵੱਡੀਆਂ ਟਰਾਂਸਪੋਰਟਸ ਮੈਨੇਜ ਕਰ ਰਹੇ ਆ, ਤੇ ਕੀ ਅਸੀਂ ਉੱਥੇ ਬੈਠੇ ਨਹੀਂ ਕਰ ਸਕਦੇ? ਸਾਨੂੰ ਬੰਗਲੌਰ ਜਾਣ ਦੀ ਕੀ ਲੋੜ ਹੈ ਜੀ? ਸੋ ਅਸੀਂ ਇਸ ਪਾਸੇ ਵੱਲ ਪੂਰਾ ਥਰਸਟ ਦੇਵਾਂਗੇ। ਹਾਂ, ਲੇਕਿਨ ਇਨਵੈਸਟਮੈਂਟ ਦੀ ਲੋੜ ਆ। ਉਹਦੇ ਵਾਸਤੇ ਐਂਟਰਪ੍ਰੈਨਿਓਰ ਇੱਥੋਂ ਜਿਹੜੇ ਇੱਥੇ ਸਾਡੇ ਸਾਥੀ ਨੇ, ਸਾਡੇ ਪੰਜਾਬੀ ਨੇ, ਬਹੁਤ ਵੱਡੇ ਵੱਡੇ ਕਾਰੋਬਾਰੀ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਓ। ਹੁਣ ਤੁਹਾਨੂੰ ਉੱਥੇ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣੇ। ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਬਹੁਤ ਸੁਹਿਰਦ ਨੇ, ਸਾਡੀ ਸਾਰੀ ਟੀਮ ਸੁਹਿਰਦ ਹੈ। ਸੋ ਆਪਾਂ ਉੱਥੇ ਆਪਦੇ ਤੁਸੀਂ ਕਾਰੋਬਾਰ ਸੈਟਅਪ ਕਰੋ। ਉੱਥੇ ਬੈਠ ਕੇ ਵੀ ਆਪਾਂ ਚਲਾ ਸਕਦੇ ਹਾਂ, ਬਹੁਤ ਲੋਕ ਚਲਾਉਂਦੇ ਆ। ਠੀਕ ਹੈ। ਸੋ ਉੱਥੇ ਚਲਾਓ, ਉੱਥੇ ਰੁਜ਼ਗਾਰ ਦੇ ਮੌਕੇ ਦਿਓ। ਜੇ ਆਪਾਂ ਰੁਜ਼ਗਾਰ ਦੇਵਾਂਗੇ ਤਾਂ ਰੈਵਨਿਊ ਜਨਰੇਟ ਹੋਏਗਾ। ਔਰ ਵੈਸੇ ਤਾਂ ਜਦੋਂ ਜਿੱਥੇ ਯਾਰ ਦਿਨ 24 ਮਤਲਬ ਸਾਰਾ ਸਾਲ ਫਸਲ ਹੁੰਦੀ ਹੈ, ਉੱਥੇ ਪੈਸਾ ਉਗਦਾ ਹੈ। ਸੋ ਪੰਜਾਬ ਦੇ ਵਿੱਚ ਕਮੀ ਨਹੀਂ ਹੈ। ਇੱਕੋ ਗੱਲ ਦੀ ਕਮੀ ਸੀ, ਇਮਾਨਦਾਰ ਸਰਕਾਰ ਹੈ ਨਹੀਂ ਸੀ, ਉਹ ਆ ਗਈ ਹੈ। ਸੋ ਰੈਵਨਿਊ ਵੀ ਜਨਰੇਟ ਹੋਏਗਾ, ਐਵਰੀਥਿੰਗ ਵਿਲ ਬੀ ਟੇਕਨ ਕੇਅਰ ਆਫ। ਠੀਕ ਹੈ। ਦਿੱਲੀ ਦੇ ਵਿੱਚ ਤਾਂ ਹੁਣ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ, ਲਗਾਤਾਰ 3 ਵਾਰ ਤੁਸੀਂ ਸਰਕਾਰ ਬਣਾ ਲਈ ਹੈ। ਔਰ ਪੰਜਾਬ ਦੇ ਵਿੱਚ ਮੈਂ ਤੇ ਘੱਟ ਤੋਂ ਘੱਟ ਇੱਥੇ ਇਹੀ ਕਹਿਣਾ ਔਨ ਦੀ ਏਅਰ ਕਿ ਹਾਲਾਂਕਿ ਅਸੀਂ ਰੋਜ਼ ਤੁਹਾਨੂੰ ਕੁਐਸਚਨ ਕਰੀਦਾ, ਕ੍ਰਿਟਿਸਾਈਜ਼ ਨਹੀਂ ਕਰੀਦਾ। ਸਾਡਾ ਕੰਮ ਹੈ ਕੁਐਸਚਨ ਕਰਨਾ, ਰੋਜ਼ ਕੁਐਸਚਨ ਕਰੀਦਾ। ਔਰ ਮੈਂ ਫਿਰ ਦੁਬਾਰਾ ਕਹਿ ਦੇਵਾਂ, ਭਗਵੰਤ ਮਾਨ ਸਾਹਿਬ ਨਾਲ ਔਰ ਕੇਜਰੀਵਾਲ ਸਾਹਿਬ ਨਾਲ ਸਾਡੇ ਬੜੇ ਇਖਤਲਾਫ ਨੇ, ਬਹੁਤ ਮੇਰੇ ਸਵਾਲ ਨੇ। ਲੇਕਿਨ ਮੈਂ ਇਹ ਮੰਗ ਵੀ ਨਾਲ ਰੱਖਦਾ ਵੀ ਘੱਟੋ ਘੱਟ 10 ਸਾਲ ਤੁਹਾਨੂੰ ਸਮਾਂ ਮਿਲੇ। 5 ਸਾਲ ਦੇ ਵਿੱਚ ਕਈ ਚੀਜ਼ਾਂ ਸ਼ਾਇਦ ਨਹੀਂ ਹੋਣੀਆਂ, 5 ਸਾਲ ਤੁਹਾਨੂੰ ਹੋਰ ਮੌਕਾ ਜਿਹੜਾ ਉਹ ਜ਼ਰੂਰ ਦਿੱਤਾ ਜਾਏ। ਲੇਕਿਨ ਨਾਲ ਇਹ ਜਿਹੜਾ ਸਵਾਲ ਵੀ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਤਾਂ ਠੀਕ ਆ, ਦਿੱਲੀ ਦੇ ਵਿੱਚ ਠੀਕ ਆ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਜਲਦੀ ਕਰ ਰਹੇ ਹਾਂ। ਰਾਘਵ ਚੱਡਾ ਸਾਹਿਬ ਤੋਂ ਲੈ ਕੇ ਕੇਜਰੀਵਾਲ ਸਾਹਿਬ ਤੱਕ, ਔਰ ਕੱਲ ਸਾਨੂੰ ਵੀ ਇੱਥੇ ਚੈਨਲ ਵਾਈਜ਼ ਤੇ ਡਿਸਕਸ਼ਨ ਕਰਨੀ ਪੈ ਗਈ
ਹੁਣ ਉਹ ਕਹਿੰਦੇ ਜੀ ਵੀ ਆਰ ਦ ਨੈਚੁਰਲ ਪਾਰਟੀ ਅਗੇਂਸਟ ਬੀਜੇਪੀ। ਕਾਂਗਰਸ ਪਿੱਛੇ ਰਹਿ ਗਈ। 2024 ਦੇ ਵਿੱਚ ਇਟ ਵਿਲ ਬੀ ਕੇਜਰੀਵਾਲ ਵਰਸਸ ਮੋਦੀ। ਸੀਟਾਂ ਤੇ 4 ਤੋਂ ਵੀ 1 ਰਹਿ ਗਈਆਂ ਤੇ 1 ਤੋਂ ਵੀ 0 ਹੋ ਗਈ। ਤੇ 1.5 ਸਾਲ ਦੇ ਵਿੱਚ ਕਿੱਦਾਂ ਮੈਨੂੰ ਇਹ ਬਿਆਨ ਬੜੇ ਨਹੀਂ ਲੱਗਦੇ ਕਿ ਕੇਜਰੀਵਾਲ ਵਰਸਸ ਮੋਦੀ ਹੋ ਜਾਏਗਾ 2024? ਸੀਟ ਤਾਂ 0 ਹੈਗੀ ਹੈ ਸਾਡੇ ਕੋਲ ਲੋਕ ਸਭਾ 'ਚ। ਦੇਖੋ ਜੀ, ਰਾਜ ਸਭਾ 'ਚ ਕਿੰਨੀਆਂ ਹੋ ਗਈਆਂ? ਪਰ ਜਿਹੜੀ ਸਰਕਾਰ ਬਣਨੀ ਉਹ ਤਾਂ ਲੋਕ ਸਭਾ ਤੋਂ ਬਣਨੀ ਹੈ। ਇਹ ਗੱਲ ਨਹੀਂ, ਗੱਲ ਜੀ ਉਹ ਸਿਸਟਮ ਨਾਲ ਹੀ ਆਉਣਾ ਨਾ ਜੀ। ਜੀ ਜੀ ਕੋਈ ਟਾਈਮ ਸੀ ਉਦੋਂ ਬੀਜੇਪੀ ਕੋਲ ਵੀ 1-2 ਹੀ ਸੀ। ਜੀ ਜੀ ਲੋਕਾਂ ਨੇ ਉਹਨਾਂ ਦੀ ਜਿਹੜੀ ਆ ਰਾਜਨੀਤੀ ਨੂੰ ਕਬੂਲ ਕੀਤਾ ਤੇ ਹੁਣ ਉਹ ਐਕਸਪੋਜ਼ ਹੋ ਗਏ ਆ। ਅਰਵਿੰਦ ਕੇਜਰੀਵਾਲ ਦੀ ਜਿਹੜੀ ਇਮਾਨਦਾਰੀ ਦੀ ਰਾਜਨੀਤੀ ਔਰ ਗਰੀਬ ਨੂੰ ਤੇਜ਼ ਉੱਪਰ ਚੱਕਣਾ, ਗਰੀਬ ਨੂੰ ਸਾਰੇ ਮੌਕੇ ਦੇਣੇ, ਇਹ ਰਾਜਨੀਤੀ, ਅਕਾਊਂਟੇਬਿਲਟੀ ਦੀ ਰਾਜਨੀਤੀ, ਉਹਨੂੰ ਲੋਕ ਪਸੰਦ ਕਰ ਰਹੇ। ਭਾਵੇਂ ਹਿਮਾਚਲ ਉਹ ਚਲੇ ਜਾਓ, ਲੋਕ ਕਹਿੰਦੇ ਵੀ ਇਸ ਬਾਰੇ ਸਰਕਾਰ ਬਣਾਵਾਂਗੇ। ਠੀਕ, ਹਾਲਾਂਕਿ ਮੈਂ ਬਤੌਰ ਸਪੀਕਰ ਇੰਨੀ ਗੱਲ ਮੇਰਾ ਕਹਿਣਾ ਬਣਦਾ ਨਹੀਂ, ਪਰ ਜਿਹੜੀ ਲੋਕ ਗੱਲ ਕਹਿ ਰਹੇ ਉਹ ਤੁਹਾਨੂੰ ਦੱਸ ਹੀ ਰਹਿ ਸਕਦਾ ਨਾ। ਠੀਕ ਹੈ, ਹਰਿਆਣੇ ਚਲੇ ਜਾਓ, ਫਰਕ ਤਾਂ ਕੋਈ ਪਾਇਆ ਨਹੀਂ ਨਾ। ਪੰਜਾਬ 'ਚ ਫਰਕ ਦੇਖ ਰਹੇ, ਦਿੱਲੀ 'ਚ ਫਰਕ ਦੇਖ ਰਹੇ। ਹੁਣ ਇੱਕ ਜਿਹੜਾ ਮਾਡਲ ਤੁਹਾਡੇ ਸਾਹਮਣੇ ਬਣਾ ਕੇ ਦੱਸਦਾ, ਇੱਕ ਤਾਂ ਗੱਲਾਂ ਕਰਨੀਆਂ ਕਿਸੇ ਨੇ, ਮੋਦੀ ਤਾਂ ਸਾਰਿਆਂ ਤਾਂ ਗੱਲਾਂ ਹੀ ਕੀਤੀਆਂ ਨਾ। ਕਿਸੇ ਨੂੰ 15 ਲੱਖ ਨਹੀਂ ਆਇਆ, ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ, ਦੁੱਗਣੀ ਤੋਂ ਘਟਾ ਕੇ ਆ ਕਾਨੂੰਨ ਜੇ ਬਣਾਤੇ ਸੀ ਪੁੱਠੇ ਜੇ ਬਿਨਾਂ ਮੰਗਿਆ। ਹਾਂਜੀ, ਔਰ ਮੈਂ ਤਾਂ ਮੋਦੀ ਸਾਹਿਬ ਦਾ ਧੰਨਵਾਦ ਵੀ ਕਰਦਾ ਵੀ ਛੇਤੀ ਸਮਝ ਗਏ, ਰੌਲਾ ਬੜਾ ਵੱਡਾ ਪੈ ਜਾਣਾ ਸੀ ਉਹ ਤਾਂ। ਸੋ ਅਰਵਿੰਦ ਕੇਜਰੀਵਾਲ ਨੇ ਜਿਹੜੀ ਗੱਲ ਕਹੀ ਉਹ ਕਰਕੇ ਦਿਖਾਈ ਹੈ, ਔਰ ਕਰਕੇ ਦਿਖਾਉਣ ਵਾਲੇ ਨੂੰ ਪੰਜਾਬੀ ਸਭ ਤੋਂ ਪਹਿਲਾਂ ਅਪਣਾਉਂਦੇ ਆ ਤੇ ਹਿੰਦੁਸਤਾਨ ਵਾਲੇ ਵੀ ਅਪਣਾ ਰਹੇ ਆ। ਸੋ ਹੋਰ ਤਾਂ ਕੋਈ ਦੀਂਦਾ ਹੀ ਨਹੀਂ। ਇਸੇ ਕਰਕੇ ਮਨੀਸ਼ ਸਿਸੋਦੀਆ ਜਿਹੜਾ ਜਿਨ੍ਹਾਂ ਦੀ ਕਾਰਗੁਜ਼ਾਰੀ ਦੇ ਚਰਚੇ ਨਿਊਯਾਰਕ ਟਾਈਮ ਕਰਦਾ, ਉਹਨਾਂ ਦੇ ਘਰੇ ਤੁਸੀਂ ਰੇਡ ਮਾਰਦੇ ਤੁਹਾਨੂੰ ਮਿਲਦਾ ਕੱਖ ਨਹੀਂ। ਜੇ ਉਹਨਾਂ ਤੋਂ ਤੁਹਾਨੂੰ ਭੈ ਨਹੀਂ ਲੱਗਦਾ, ਫਿਰ ਉੱਥੇ ਆਪਦੇ ਕੋਈ ਰਿਸੋਰਸਿਸ ਨਹੀਂ ਲਾਉਂਦਾ। CBI ਲਾਤੀ, ED ਉਹਨਾਂ ਦੇ ਮਗਰ ਲਾਤੀ ਇਹਨਾਂ ਨੇ। ਸੋ ਹੈ ਤਾਂ ਫਿਰ ਹੁਣ ਮੋਦੀ ਵਰਸਸ ਕੇਜਰੀਵਾਲ ਹੀ, ਇਸੇ ਕਰਕੇ ਐਡਾ ਹੁਣ ਧੱਕੇਸ਼ਾਹੀ 'ਤੇ ਉਤਰੇ ਹੋਏ ਹੈ। ਸੋ ਅਗਲੀ ਲੜਾਈ ਬਾਕੀ ਕਰਨਾ ਤਾਂ ਲੋਕਾਂ ਨੇ ਹੈ ਜੀ, ਠੀਕ ਹੈ, ਸੰਗਤ ਨੇ ਕਰਨਾ ਹੈ। ਆਖਰੀ 2 ਸਵਾਲ ਨੇ ਜੀ। ਇੱਕ ਤੇ ਗੱਲ ਕਰਦੇ ਹਾਂ ਕਿ ਜਿਹੜੇ ਹੁਣ ਤੁਸੀਂ ਥੋੜ੍ਹੀ ਦੇਰ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਐਕਸੈਸਿਬਿਲਿਟੀ ਤਾਂ ਬਹੁਤ ਇੰਪਰੂਵ ਹੋਈ ਹੈ। ਪਹਿਲਾਂ ਮੈਂ ਵੀ ਜ਼ਰੂਰ ਰਿਕਾਰਡ 'ਤੇ ਪਾ ਦਿਆਂ, ਅਸੀਂ ਰੇਡੀਓ ਸ਼ੋਅ ਦੇ ਵਿੱਚ ਲਾਈਵ ਸਾਡੇ ਕਾਲਰ ਨੇ ਇੱਕ ਨੇ ਆ ਕੇ ਸਵਾਲ ਪੁੱਛਿਆ ਕਿ ਉੱਥੇ ਤੁਹਾਡੇ ਬਿਜਲੀ ਮਿਨਿਸਟਰ ਦੇ ਬਾਰੇ ਸਵਾਲ ਪੁੱਛ ਲਿਆ, ਔਰ ਅਗਲੇ 10 ਮਿੰਟਾਂ ਦੇ ਵਿੱਚ ਉਹ ਤੁਹਾਡੇ ਉੱਥੋਂ ਮਿਨਿਸਟਰ ਸਾਹਿਬ ਦਾ ਫੋਨ ਆ ਗਿਆ ਸਾਡੇ ਰੇਡੀਓ 'ਤੇ ਲਾਈਵ, ਔਰ ਉਹਨਾਂ ਨੇ ਸਾਰਾ, ਮੈਨੂੰ ਖੁਸ਼ੀ ਇਹ ਹੋਈ ਕਿ ਕਈ ਵਾਰ ਨਾ ਅਸੀਂ ਇੰਟਰਵਿਊ ਕਰਦੇ ਉਹਨਾਂ ਦੇ ਫੈਕਟਸ ਔਰ ਫਿਗਰਸ ਦੀ ਬੜੀ ਗ੍ਰਿਪ ਸੀਗੀ। ਮੈਨੂੰ ਮਜ਼ਾ ਆਇਆ ਉਹਨਾਂ ਦੇ ਨਾਲ ਗੱਲ ਕਰਕੇ। ਅਚਾਨਕ ਹੀ ਉਹਨਾਂ ਨੂੰ ਕੀ ਪਤਾ ਸੀ ਕਿ ਇੱਥੇ ਟਾਕ ਸ਼ੋਅ ਚੱਲ ਰਿਹਾ ਰੇਡੀਓ 'ਤੇ, ਪਰ ਉਹ ਫਟਾਫਟ ਮਿਨਿਸਟਰ ਸਾਹਿਬ ਵੀ ਆ ਗਿਆ ਔਰ ਪੂਰੇ ਫੈਕਟਸ ਫਿਗਰਸ ਦੇ ਨਾਲ ਲੈਸ ਆਏ। ਤਾਂ ਉਹਨਾਂ ਨੂੰ ਤਿਆਰੀ ਕਰਨ ਦਾ ਤਾਂ ਟਾਈਮ ਨਹੀਂ ਸੀਗਾ, ਤੇ ਮੈਂ ਉਹਨਾਂ 'ਤੇ ਕੁਐਸਚਨ ਦਾ ਕੇ ਫਾਇਰ ਕੀਤੇ, ਪਰ ਉਹਨਾਂ ਨੇ ਪੂਰੇ ਫੈਕਟਸ ਫਿਗਰ ਦਿੱਤੇ। ਕੈਨੇਡਾ 'ਚ ਅਸੀਂ ਬੜੇ ਖੁਸ਼ ਹੁੰਦੇ ਹਾਂ ਕਿ ਸਾਡੇ ਕੋਲ ਮਿਨਿਸਟਰ ਦਾ ਐਕਸੈਸ ਹੈ। ਇੱਥੇ ਪ੍ਰਾਈਮ ਮਿਨਿਸਟਰ ਸਾਹਿਬ ਆਪ ਹੀ ਈਮੇਲ ਪਾ ਦਿੰਦੇ ਵੀ ਅਸੀਂ ਆਉਣਾ ਹੈ ਜੀ ਸਟੂਡੀਓ। ਲੇਕਿਨ ਇੰਡੀਆ 'ਚ ਤਬਦੀਲੀ ਦੇਖ ਕੇ ਮੈਨੂੰ ਖੁਸ਼ੀ ਹੋਈ। ਤੁਹਾਨੂੰ ਲੋਕਾਂ ਨੇ ਇਲੈਕਟ ਕੀਤਾ ਹੈ, ਤੁਸੀਂ ਸ਼ੁਕਰੀਆ ਦਾ ਵੀ ਕੀਤਾ ਹੈ। ਕੀ ਤੁਸੀਂ ਅੱਜ ਇੱਥੇ ਇਹ ਗੱਲ ਕਹਿ ਕੇ ਜਾਓਗੇ ਕਿ ਜੇ ਕਿਸੇ ਦਿਨ, ਹਜੇ ਤਾਂ ਮੈਂ ਹੀ ਕਹਿ ਦਿੰਦਾ ਤੁਹਾਡੇ ਕਹਿਣ ਤੋਂ ਪਹਿਲਾਂ, ਵੀ ਕੇਜਰੀਵਾਲ ਸਾਹਿਬ 'ਤੇ ਸਾਨੂੰ ਬੜਾ ਵਿਸ਼ਵਾਸ ਹੈ, ਇਮਾਨਦਾਰ ਨੇ, ਮਨੀਸ਼ ਸਿਸੋਦੀਆ ਸਾਹਿਬ ਇਮਾਨਦਾਰ ਨੇ, ਭਗਵੰਤ ਮਾਨ ਸਾਹਿਬ, ਕੁਲਤਾਰ ਸੰਧਵਾ ਸਾਹਿਬ, ਲੇਕਿਨ ਤੁਹਾਨੂੰ ਲੱਗਦਾ ਵੀ ਜਿੱਦਣ ਕਿਤੇ ਤੁਹਾਨੂੰ ਐਜ਼ ਅ ਸਪੀਕਰ ਨਹੀਂ, ਐਜ਼ ਅ ਇਨਸਾਨ, ਉਹ ਸ਼ਖਸ ਜਿਹਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ, ਜਿੱਦਣ ਤੁਹਾਨੂੰ ਲੱਗਾ ਵੀ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਸਾਹਿਬ ਕੋਈ ਵੀ ਇਮਾਨਦਾਰੀ ਵਾਲਾ ਕੰਮ ਨਹੀਂ ਕਰ ਰਿਹਾ, ਤੁਸੀਂ ਪਬਲਿਕ 'ਚ ਆ ਕੇ, ਮੀਡੀਆ 'ਚ ਆ ਕੇ ਆਵਾਜ਼ ਉਠਾ ਕੇ ਇਸ ਗੱਲ ਨੂੰ ਓਪਨਲੀ ਡਿਕਲੇਅਰ ਕਰੋਗੇ? ਅਰਵਿੰਦ ਕੇਜਰੀਵਾਲ ਦਾ ਹੁਣ ਤੱਕ ਦਾ ਰਿਕਾਰਡ ਜਿਹੜਾ ਇਹ ਆ ਜੀ, ਮੈਨੂੰ ਉਹਨਾਂ ਦੇ ਕਈ ਫੈਸਲੇ ਗਲਤ ਲੱਗੇ। ਠੀਕ ਹੈ, ਔਰ ਮੈਂ ਜਾ ਕੇ ਉਹਨਾਂ ਨੂੰ ਕਿਹਾ ਵੀ ਇਹ ਫੈਸਲਾ ਗਲਤ ਆ, ਤੋ ਹੱਸ ਕੇ ਕਹਿੰਦੇ ਕੋਈ ਬਾਤ ਨਹੀਂ, ਦੇਖेंगे। ਤੁਸੀਂ ਇਹ ਕਿਹਾ? ਹਾਂ, ਲੇਕਿਨ ਉਹ ਫੈਸਲਾ ਸਹੀ ਹੁੰਦਾ ਸੀ ਉਹਨਾਂ ਦਾ। ਅੱਛਾ, ਸੋ ਮੈਂ ਤਾਂ ਜੀ, ਉਹ ਮੇਰਾ ਲੀਡਰ ਹੈ, ਮੈਂ ਉਹਨੂੰ ਕੁਐਸਚਨ ਕਰਨਾ ਬੰਦ ਕਰਤਾ। ਨਹੀਂ ਪਰ ਕਰਨਾ, ਸੌਰੀ, ਆਈ ਐਮ ਫੋਲੋਇੰਗ ਹਿਮ। ਨਹੀਂ, ਡੋਂਟ ਯੂ ਥਿੰਕ ਫਿਰ ਇੰਟਰਨਲ ਪਾਰਟੀ ਡੈਮੋਕ੍ਰੇਸੀ ਨਹੀਂ ਰਹੀ? ਨਹੀਂ, ਮੈਨੂੰ ਲੱਗਦਾ ਹੀ ਨਹੀਂ ਵੀ ਉਹ ਗਲਤ ਫੈਸਲਾ ਲੈ ਰਹੇ। ਹਰ ਚੀਜ਼ ਕਿਸ ਤਰ੍ਹਾਂ ਸਹੀ ਹੋ ਸਕਦੀ? ਦੇਖੋ 10 ਸਾਲ ਹੋ ਗਏ ਮੈਨੂੰ ਨਾਲ ਲੱਗਿਆ ਉਹਨਾਂ ਦੇ, 7 ਸਾਲ ਜੀ। ਮਤਲਬ ਬੰਦਾ ਇੱਕ ਵਾਰੀ ਤਾਂ ਗਲਤ ਹੋਵੇ, ਮਤਲਬ ਅਸੀਂ ਮੈਂ ਮਤਲਬ ਆਈ ਰਿਸਪੈਕਟ ਹਿਮ ਐਜ਼ ਅ ਐਲਡਰ ਬ੍ਰਦਰ, ਮਤਲਬ ਹੀ ਇਜ਼ ਅ ਫਾਦਰ ਫਿਗਰ ਫॉर ਮੀ। ਮੈਂ ਮਤਲਬ ਉਹਨਾਂ ਨੂੰ ਜਾ ਕੇ ਕਿਹਾ, 1 to 1 ਬਹਿ ਕੇ ਕਿਹਾ, ਮੈਂ ਕਿਹਾ ਜੀ ਆਹ ਗੱਲ ਆਪਾਂ ਗਲਤ ਕਰਤੀ। ਠੀਕ ਹੈ ਜੀ। ਤੇ ਉਹਨਾਂ ਨੇ ਆਪਦਾ ਜਿਹੜੀ ਗੱਲ ਕਹਿਣੀ ਸੀ ਕਹਿਤੀ, ਕਈ ਵਾਰੀ ਨਹੀਂ ਵੀ ਜਵਾਬ ਦਿੱਤਾ ਉਹਨਾਂ ਨੇ, ਕੋਈ ਹੋਰ ਗੱਲ ਛੇੜ ਲਈ, ਪਰ ਬਾਅਦ 'ਚ ਉਹ ਗੱਲ ਸਹੀ ਸਾਬਤ ਹੋਈ। ਹੁਣ ਮੈਂ ਤਾਂ ਜੀ ਕੁਐਸਚਨ ਕਰਨਾ ਬੰਦ ਕਰਤਾ।
ਦੱਸਾਂ ਉਹਨਾਂ ਨੂੰ। ਔਰ ਮੇਰਾ ਇਹ ਯਕੀਨ ਹੈ ਵੀ ਉਹ ਗਲਤ, ਕਿਉਂਕਿ ਉਹਨਾਂ ਨੂੰ ਗਲਤ ਕਰਨ ਦੀ ਲੋੜ ਨਹੀਂ, ਲੋਕ ਉਹਨਾਂ ਦੀ ਸੱਚਾਈ ਦੇ ਨਾਲ ਉਹਨੇ ਖੜੇ ਆ, ਸੋ ਉਹ ਕਰਦੇ ਹੀ ਨਹੀਂ ਜੀ ਕੋਈ ਗਲਤ। ਫਿਰ ਉਹਨਾਂ ਨੂੰ ਮਾਫੀ ਕਿਉਂ ਮੰਗਣੀ ਪੈ ਗਈ? ਜੇ ਤੁਸੀਂ ਇਹ ਕਹਿੰਦੇ ਹੋ ਨਿਤਨ ਗਡਕਰੀ ਹੋਣਾ ਤੋਂ ਮਾਫੀ ਮੰਗਣੀ ਪੈ ਗਈ, ਅਰੁਣ ਜੇਤਲੀ ਸਾਹਿਬ ਹੁਣ ਤੇ ਨਹੀਂ ਰਹੇ ਉਸ ਦੁਨੀਆ 'ਚ, ਉਹਨਾਂ ਤੋਂ ਮਾਫੀ ਮੰਗਣੀ ਪੈ ਗਈ, ਈਵਨ ਬਿਕਰਮ ਮਜੀਠੀਆ ਸਾਹਿਬ ਤੋਂ ਉਹਨਾਂ ਨੂੰ ਮਾਫੀ ਮੰਗਣੀ ਪੈ ਗਈ। ਮੈਂ ਆਹ ਗੱਲ ਕਹੀ ਸੀ ਉਹਨਾਂ ਨੇ ਜਾ ਕੇ, ਕਹੀ ਸੀ ਅੱਛਾ ਕਿ ਮਾਫੀ ਨਾ ਮੰਗੋ। ਮੈਂ ਕਿਹਾ ਜੀ ਮੈਨੂੰ ਠੀਕ ਨਹੀਂ ਲੱਗਿਆ, ਲੇਕਿਨ ਉਹ ਗੱਲ ਠੀਕ ਸੀ ਉਹਨਾਂ ਦੀ। ਉਹ ਕਹਿੰਦੇ ਮੈਨੂੰ ਤਾਂ 30 ਦਿਨ ਸਾਰੇ ਉਹ ਕੋਰਟਾਂ 'ਚ ਹੀ ਰੱਖਣਗੇ। ਉਹ ਮੈਂ ਕੰਮ ਕਰਾਂ, ਮੈਂ ਕੰਮ ਕਰਨ ਵਾਸਤੇ ਬਣਿਆ, ਮੈਂ ਕਹਿੰਦਾ ਲੜਾਈ ਲੜਨ ਵਾਸਤੇ ਬਣਿਆ। ਤੇ ਜੇ ਗੱਲਬਾਤ ਨਾਲ ਗੱਲ ਠੀਕ ਹੁੰਦੀ ਤਾਂ ਯਾਰ ਕੋਈ, ਯਾਰ ਕਿਹੜੇ ਸ਼ਾਸਤਰ 'ਚ ਲਿਖਿਆ ਮਾਫੀ ਮੰਗਣੀ ਮਾੜੀ ਗੱਲ ਆ? ਠੀਕ ਹੈ ਤੁਸੀਂ ਮਤਲਬ ਮੈਂ ਹੈਰਾਨ ਰਹਿ ਗਿਆ। ਉਸ ਤੋਂ ਉਹ ਸਹੀ ਸਾਬਤ ਹੋਏ ਉਹ, ਨਹੀਂ ਤਾਂ ਉਲਝ ਕੇ ਰਹਿ ਜਾਂਦੇ। ਆ ਜਿਹੜਾ ਜਿੰਨੇ ਲੋਕਾਂ ਨੂੰ ਮੁਫਤ ਇਲਾਜ ਦੇਤਾ, ਜਿੰਨੇ ਬੱਚੇ ਪੜ੍ਹਾਤੇ ਉੱਥੇ, ਅੱਜ ਕੌਨਫੀਡੈਂਸ ਨਾਲ ਬੱਚੇ, ਦਿੱਲੀ ਦੇ ਬੱਚੇ ਸਕੂਲਾਂ ਵਾਲੇ ਇਹ ਕਹਿੰਦੇ ਯਾਰ ਅਸੀਂ ਨੌਕਰੀ ਨਹੀਂ ਲੈਣੀ, ਤੇ ਨੌਕਰੀ ਦੇਣ ਵਾਲੇ ਬਣਨਾ। ਕਿੱਡੀ ਵੱਡੀ ਗੱਲ ਹੈ। ਉਹ ਜੇ ਬੰਦਾ ਉਹ ਕੋਰਟ ਕਚਹਿਰੀ ਧੱਕੇ ਖਾਂਦਾ ਰਹਿੰਦਾ ਤੇ ਕੀ ਬਣਨਾ ਸੀ ਜੀ? ਮਤਲਬ ਮੈਂ ਤਾਂ ਹੁਣ ਕੁਐਸਚਨ ਕਰਨਾ ਛੱਡਤਾ ਜੀ ਉਹਨਾਂ ਨੂੰ। ਯੈਸ, ਪਹਿਲਾਂ ਕਰ ਦਿੰਦੇ ਸੀ ਅਸੀਂ ਕੁਐਸਚਨ, ਸਭ ਤੋਂ ਪਹਿਲਾਂ ਮੈਂ ਹੀ ਕਰਦਾ ਹੁੰਦਾ ਸੀ, ਮੈਂ ਚਲਾ ਜਾਂਦਾ ਸੀ, ਉਹ ਮੇਰਾ ਗੁੱਸਾ ਵੀ ਨਹੀਂ ਕਰਦੇ ਸੀ, ਪਤਾ ਨਹੀਂ ਕਿਉਂ। ਠੀਕ ਉਹਨਾਂ ਨੂੰ ਪਤਾ ਸੀ ਵੀ ਇਹ ਇਮਾਨਦਾਰੀ ਨਾਲ ਗੱਲ ਕਹਿੰਦਾ, ਕੋਈ ਵੈਸਟਰਨ ਇੰਟਰਸਟ ਨਹੀਂ, ਸ਼ਾਇਦ ਇਹ ਹੋਣਾ। ਠੀਕ ਹੈ, ਯੈਸ। ਇਹ ਸਵਾਲ ਨਹੀਂ ਹੈ ਜੀ, ਆਖਿਰ ਵਿੱਚ ਰੈਪ ਅਪ ਕਰਦੇ ਹਾਂ ਜੀ, ਫੀਡਬੈਕ ਵੀ ਹੈ ਔਰ ਫਿਰ ਤੁਸੀਂ NRI ਦੇ ਨਾਲ ਸੰਦੇਸ਼ ਵੀ ਦੇ ਦੇਣਾ ਕਿ ਅਸੀਂ ਜਿੰਨੇ ਵੀ ਸਰਵੇਸ ਕੀਤੇ ਨੇ ਅੱਜ ਤੱਕ, ਸਾਡੇ ਇੱਥੇ ਕਿਉਂਕਿ ਫੋਨ ਨਾਲ ਪਿਆ ਹੁੰਦਾ ਔਰ ਹਮੇਸ਼ਾ ਕਈ ਵਾਰ ਸਾਨੂੰ ਲੱਗਦਾ ਸੀ ਕਿ ਨਹੀਂ ਹੁਣ ਆਮ ਆਦਮੀ ਪਾਰਟੀ ਦਾ ਗ੍ਰਾਫ ਥੱਲੇ ਚਲਾ ਜਾਏਗਾ, ਲੇਕਿਨ ਇਹਦੇ ਵਿੱਚ ਕੇਜਰੀਵਾਲ ਸਾਹਿਬ, ਭਗਵੰਤ ਮਾਨ ਸਾਹਿਬ, ਕੁਲਤਾਰ ਸੰਧਵਾ ਸਾਹਿਬ, ਤੁਹਾਡਾ, ਹਿੰਮਤ ਸਿੰਘ ਸ਼ੇਰਗਿੱਲ ਜੀ ਔਰ ਹੋਰ ਜਿੰਨੇ ਵੀ ਤੁਹਾਡੇ ਲੀਡਰਸ ਨੇ ਬੜੇ ਬੜੇ, ਸੰਜੇ ਸਿੰਘ ਜੀ, ਉਹਨਾਂ ਸਾਰਿਆਂ ਦਾ, ਮਨੀਸ਼ ਸਿਸੋਦੀਆ ਸਾਹਿਬ, ਸਾਰਿਆਂ ਦਾ ਇੱਕ ਬੜਾ ਇੱਕ ਇੰਪੋਰਟੈਂਟ ਰੋਲ ਇਹ ਰਿਹਾ, ਮੈਂ ਸਮਝਦਾ ਹਾਂ ਕਿ ਪੋਪੂਲੈਰਿਟੀ ਦੇ ਵਿੱਚ ਅਸੀਂ ਜਦੋਂ ਵੀ ਕਰ ਲਈਏ ਕੋਈ ਇੱਥੇ ਕੋਈ ਵੀ ਸਰਵੇ ਕੀ ਲਾਈਵ ਫੋਨ ਕਾਲ, ਇੱਕ ਵਾਰ ਤਾਂ ਮੈਨੂੰ ਯਾਦ ਅਸੀਂ ਤਕਰੀਬਨ 4 ਘੰਟੇ ਦਾ ਸਰਵੇ ਕੀਤਾ ਨੌਨ ਸਟਾਪ ਇੱਥੇ, ਉੱਥੋਂ ਅਮਰੀਕਾ ਤੋਂ, ਕੈਨੇਡਾ ਤੋਂ ਸਭ ਕਾਲਸ ਆਈਆਂ ਔਰ ਲਗਾਤਾਰ NRIs ਨੇ ਕਿਹਾ ਕਿ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ। ਜਿਸ ਪਾਰਟੀ ਨੂੰ ਇੰਨਾ ਪਿਆਰ ਮਿਲਿਆ, ਜ਼ਿੰਮੇਵਾਰੀ ਵੀ ਤੁਹਾਡੇ ਸਿਰ ਉਨੀ ਵੱਧ ਗਈ ਹੈ। ਤੁਸੀਂ ਆਪਣਾ NRIs ਦੇ ਨਾਂ ਤੇ ਸੰਦੇਸ਼ ਦਿਓ ਔਰ ਸਾਡੀ ਫੀਡਬੈਕ ਸਿਰਫ ਇੰਨੀ ਹੈ ਕਿ ਇਹ ਵਿਸ਼ਵਾਸ ਤੁਸੀਂ ਨਾ ਟੁੱਟਣ ਦੇਣਾ, ਕਿਉਂਕਿ ਵਿਸ਼ਵਾਸ, ਕਿਉਂਕਿ ਅੱਜ ਮੇਰੇ ਕੋਲ ਸਵਾਲ ਵਾਕਈ ਨਹੀਂ ਹੈ, ਮੈਂ ਸਵਾਲ ਹੋਰ ਬਾਕੀ ਕਰ ਲਿਆ ਮੈਂ ਕਿਉਂਕਿ ਸਾਨੂੰ ਹੁੰਦਾ ਵੀ ਕਰਪਸ਼ਨ ਦੇ ਐਲੀਗੇਸ਼ਨ ਨੇ, ਕੋਈ ਸਾਬਿਤ ਨਹੀਂ ਹੋਇਆ ਕੁਝ ਵੀ, ਪਰ ਇਹ ਨਾ ਹੋਵੇ ਵੀ ਜਿਹੜੀਆਂ ਗੱਲਾਂ ਤੁਸੀਂ ਕਹਿ ਕੇ ਗਏ ਹੋ ਕੱਲ ਨੂੰ ਸਾਨੂੰ ਵੀ ਸਵਾਲ ਐਸੇ ਪੁੱਛਣੇ ਪੈ ਜਾਣ। ਗੋ ਹੈਡ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਫੇਰ ਗੱਲ ਕਰਾਂ, ਮੇਰਾ ਇੱਥੇ ਆਉਣ ਦਾ ਵੱਡਾ ਮਕਸਦ ਇਹ ਹੈ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ, ਬਹੁਤ ਧੰਨਵਾਦ, ਗੁਰੂ ਦਾ ਧੰਨਵਾਦ, ਗੁਰੂ ਦੀ ਸੰਗਤ ਦਾ ਧੰਨਵਾਦ। ਔਰ ਦੂਜੀ ਮੇਰੀ ਬੇਨਤੀ ਹੈ ਕਿ ਬੱਚਾ ਉਹੀ ਸਹੀ ਪੜ੍ਹਾਈ ਕਰਦਾ, ਸਹੀ ਕੰਮ ਕਰਦਾ ਜਿਹਨੂੰ ਉਹਦੇ ਮਾਂ-ਬਾਪ ਟੋਕਦੇ ਰਹਿਣ। ਸਾਡੇ NRI ਭਰਾਵਾਂ ਨੂੰ, ਸਾਡੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਵੀ ਇਹ ਪਾਰਟੀ ਤੁਹਾਡੀ ਹੈ, ਇਹ ਸਰਕਾਰ ਤੁਹਾਡੀ ਹੈ, ਕੁਲਤਾਰ ਸਿੰਘ ਤੁਹਾਡਾ ਹੈ, ਭਗਵੰਤ ਮਾਨ ਤੁਹਾਡਾ ਹੈ, ਅਰਵਿੰਦ ਕੇਜਰੀਵਾਲ ਤੁਹਾਡਾ ਹੈ। ਜੇ ਤੁਹਾਨੂੰ ਕਿਤੇ ਵੀ ਲੱਗੇ ਵੀ ਅਸੀਂ ਗਲਤ ਕੰਮ ਕਰਦੇ ਹਾਂ, ਬਿਲਕੁਲ ਸਾਨੂੰ ਪੁੱਛੋ, ਅਸੀਂ ਆਪਣੇ ਨੂੰ ਸੁਧਾਰਾਂਗੇ। ਔਰ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਵੀ ਸਾਡੇ ਕੰਮ 'ਚ ਕੋਈ ਕਮੀ ਰਹਿ ਸਕਦੀ ਹੈ, ਪਰ ਬੇਈਮਾਨੀ ਕਦੇ ਨਹੀਂ ਹੋਏਗੀ, ਕਿਉਂਕਿ ਸਾਨੂੰ ਇਹ ਪਤਾ ਵੀ ਤੁਸੀਂ ਸਾਨੂੰ ਇਸ ਕਰਕੇ ਅਪਣਾਇਆ, ਐਡੇ ਵੱਡੇ ਵੱਡੇ ਜਿਹੜੇ ਧੁਰੰਦਰ ਆ ਉਹਨਾਂ ਨੂੰ ਛੱਡ ਕੇ ਸਾਡੇ ਸਿਰ 'ਤੇ ਇਸ ਕਰਕੇ ਹੱਥ ਰੱਖਿਆ ਵੀ ਇਹ ਲੋਕ ਇਮਾਨਦਾਰ ਆ। ਅਸੀਂ ਇਮਾਨਦਾਰੀ ਦਾ ਪੱਲਾ ਕਦੇ ਨਹੀਂ ਛੱਡਾਂਗੇ ਔਰ ਅਰਦਾਸ ਵੀ ਕਰਦੇ ਰਹੋ। ਕੋਈ ਮਾਣ ਨਹੀਂ ਹੈ ਤਾਂ ਇਨਸਾਨ ਹੀ, ਕਿ ਸੱਚੇ ਪਾਤਸ਼ਾਹ ਸਾਨੂੰ ਐਸੀ ਸਮੱਤ ਬਖਸ਼ਣ ਕਿ ਅਸੀਂ ਇਮਾਨਦਾਰੀ ਦਾ ਪੱਲਾ ਨਾ ਛੱਡੀਏ ਤੇ ਪੰਜਾਬ ਨੂੰ ਮੁੜ ਕੇ ਆਪਾਂ ਰਲ ਮਿਲ ਕੇ ਸਾਰੇ, ਕਿਉਂਕਿ ਸਾਡੇ ਇਕੱਲਿਆਂ ਦਾ ਕਰਨ ਵਾਲਾ ਕੰਮ ਨਹੀਂ ਹੈ, ਆਪਾਂ ਸਾਰੇ ਰਲ ਮਿਲ ਕੇ ਰੰਗਲਾ ਪੰਜਾਬ ਬਣਾਈਏ। ਔਰ ਭਾਵੇਂ ਕੈਨੇਡਾ ਹੈ, ਭਾਵੇਂ ਕਿਤੇ ਵੀ, ਭਾਵੇਂ ਇੱਧਰਲਾ ਪੰਜਾਬ ਉੱਧਰਲਾ ਪੰਜਾਬ, ਸਾਰੇ ਸੁਖੀ ਵਸਣ, ਪਿਆਰ ਨਾਲ ਵਸਣ, ਹੱਸਦੇ ਖੇਡਦੇ ਰਹਿਣ। ਔਰ ਸਾਡੀਆਂ ਮਾਵਾਂ ਜਿਹੜੀਆਂ ਅੱਜ ਚਿੱਟੇ ਤੋਂ ਆਪਦੇ ਬੱਚਿਆਂ ਕਰਕੇ ਬਹੁਤ ਪਰੇਸ਼ਾਨ ਹੈ, ਉਹਨਾਂ ਤੋਂ ਨਿਜਾਤ ਦਵਾਈਏ, ਬੜੀ ਵੱਡੀ ਗੱਲ ਆ, ਰੁਜ਼ਗਾਰ ਦਵਾਈਏ। ਲੇਕਿਨ ਹੁਣ ਇਹ ਤੁਹਾਡੀਆਂ ਅਰਦਾਸਾਂ ਨਾਲ ਜਿਵੇਂ ਸਰਕਾਰ ਬਣੀ ਹੈ ਨਾ, ਇਹ ਕਾਮਯਾਬੀ ਵੀ ਤੁਹਾਡੀਆਂ ਅਰਦਾਸਾਂ ਨਾਲ, ਤੁਹਾਡੇ ਪਿਆਰ ਨਾਲ, ਤੇ ਸਵਾਲ ਜ਼ਰੂਰ ਕਰਦੇ ਰਿਹਾ ਜੋ। ਬਹੁਤ ਬਹੁਤ ਧੰਨਵਾਦ, ਬਹੁਤ ਖੁਸ਼ੀ ਹੋਈ। ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਸਾਰਿਆਂ ਨੇ, ਜਿਨ੍ਹਾਂ ਨੇ ਸਾਨੂੰ ਬਣਾਇਆ, ਉਹਨਾਂ ਦੇ ਰੂਬਰੂ ਕਰਾਤਾ ਆਪਦੇ ਚੈਨਲ ਦੇ ਥਰੂ। ਔਰ ਮੈਨੂੰ ਮਾਣ ਹੈ ਕਿ ਤੁਸੀਂ ਵੀ ਉਸੇ ਮਿੱਟੀ ਤੋਂ ਪੜ੍ਹ ਕੇ ਆਏ। ਬਾਬੇ ਨਾਨਕ ਦੀ ਕਿਰਪਾ ਤੁਹਾਡੇ 'ਤੇ ਵੀ ਹੈ ਜੀ ਜੀ, ਤੇ ਬਾਬਾ ਨਾਨਕ ਨੇ ਐਡੀ ਕਿਰਪਾ ਕੀਤੀ ਵੀ ਇਹਦਾ ਨਾਂ ਬਣਾਇਆ ਤੁਸੀਂ। ਮੈਂ ਜਿਹਦੇ ਨਾਲ ਗੱਲ ਕਰਦਾ, ਵਾਈ ਮੀਡੀਆ ਕਹਿੰਦੇ ਯੁੱਧਵੀਰ ਜੀ, ਉਹਨਾਂ ਦੀ ਕ੍ਰੈਡੀਬਿਲਿਟੀ 1 ਨੰਬਰ ਹੈ। ਪਰਮਾਤਮਾ ਤੁਹਾਡੀ ਕ੍ਰੈਡੀਬਿਲਿਟੀ, ਤੁਹਾਡੀ ਗੱਲਬਾਤ, ਤੁਹਾਡੀ ਇੱਜ਼ਤ, ਇਸ ਚੈਨਲ ਦੀ ਇੱਜ਼ਤ, ਪੰਜਾਬ ਦੀ ਮਿੱਟੀ ਦੀ ਖੁਸ਼ਬੂ ਇਸੇ ਤਰ੍ਹਾਂ ਬਣਾਈ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਔਰ ਕੁਲਤਾਰ ਸੰਧਵਾ ਸਾਹਿਬ, ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਸੇਮ ਯੂਨੀਵਰਸਿਟੀ ਤੋਂ ਅਸੀਂ ਪੜ੍ਹੇ ਹੋਏ ਹਾਂ ਔਰ ਉੱਥੇ ਹੀ ਗੁਰੂਆਂ ਦੀ ਜਿੱਥੇ
रही है जगह, इन्नी पवित्र जगह, एक नहीं दो पवित्र ਨਾਨਕ ਝੀਰਾ ਸਾਹਿਬ ਗੁਰਦੁਆਰਾ ਨਾਨਕ ਝੀਰਾ ਸਾਹਿਬ ਔਰ ਹਜ਼ੂਰ ਹਜ਼ੂਰ ਸਾਹਿਬ, yeah. ਬਿਲਕੁਲ ਨੇੜੇ ਨੇੜੇ ਉਹ ਦੋ ਸਾਡੀਆਂ ਇੰਨੀਆਂ ਪਵਿੱਤਰ ਜਗ੍ਹਾਵਾਂ ਜਿੱਥੇ ਕਿ ਅਸੀਂ ਰਹੇ ਹਾਂ ਇੰਨੇ 4 ਸਾਲ, ਸੋ ਉਹਨਾਂ ਦੀ ਕਿਰਪਾ ਸਾਡੇ ਤੇ ਬਣੀ ਹੋਈ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਸਪੀਕਰ ਬਣਨ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਸਾਡੇ ਇੱਥੇ ਵਾਈ ਮੀਡੀਆ ਕੋਲ ਆਏ, ਚੈਨਲ ਵਾਈ ਤੇ ਆਏ। ਸੋ ਤੁਹਾਡਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ। ਥੈਂਕ ਯੂ ਐਂਡ ਵੀ ਵਿਸ਼ ਯੂ ਆਲ ਦ ਬੈਸਟ। ਧੰਨਵਾਦ, ਮਿਹਰਬਾਨੀ। ਥੈਂਕ ਯੂ। ਉਮੀਦ ਕਰਦੇ ਹਾਂ ਕਿ ਅੱਜ ਦੀ ਸਾਡੀ ਇਹ ਖਾਸ ਪੇਸ਼ਕਸ਼ ਜਿਹੜੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਯੁੱਧਵੀਰ ਜਸਵਾਲ ਨੂੰ ਇੱਥੇ ਇਜਾਜ਼ਤ ਦਿਓ। ਦੇਖਦੇ ਰਹੋ ਚੈਨਲ ਵਾਈ Canadian channel. Hi, this is Priyanka Chopra and you're watching Channel Y. The biggest South Asian media group. Y Media. Y Media has newspaper, midweek, radio, South Asian Pulse,